ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ ਤੇ ਅਜੀਬੋ ਗਰੀਬ ਸਮਿਆਂ ਵਿੱਚੋਂ ਲੰਘ ਰਹੇ ਹਾਂ। ਰਾਜਸਥਾਨ ਦੇ ਉਦੈਪੁਰ ਵਿੱਚ ਦਰਜੀ ਕਨਈਆ ਲਾਲ ਦਾ ਦਰਦਨਾਕ ਕਤਲ ਹੋਇਆ। ਕਤਲ ਦੀ ਵਾਰਦਾਤ ਅੰਜਾਮ ਦੇਣ ਵਾਲੇ ਫਿਰਕੂ ਜ਼ਹਿਰ ਨਾਲ ਭਰੇ ਦੋ ਲੋਕ ਸਨ, ਜਿਨ੍ਹਾਂ ਨੂੰ ਖੌਰੇ ਕਿਸ ਮੂਰਖ ਨੇ ਦੱਸਿਆ ਸਿਖਾਇਆ ਹੋਵੇਗਾ ਕਿ ਇਹ ਕੋਈ ਧਰਮ ਦਾ ਕੰਮ ਹੈ। ਦੋਵੇਂ ਦਰਿੰਦੇ ਹੁਣ ਸਲਾਖਾਂ ਪਿੱਛੇ ਹਨ। ਉਧਰ 2002 ਵਿੱਚ ਦਰਜਨਾ ਹੋਰਾਂ ਨਾਲ ਕਾਂਗਰਸ ਦੇ ਸਾਬਕਾ MP ਅਹਿਸਾਨ ਜਾਫਰੀ गुजरात दंगिया दौरान को के मारे गए। उन्हां दी विधवा ਜ਼ਾਕੀਆ ਜਾਫਰੀ इंसाफ ਲਈ भटकदी रही। 2 ਦਹਾਕਿਆਂ बाद देश की सर्वोच्च अदालत सुप्रीम कोर्ट ने विधवा ਜ਼ਾਕੀਆ ਦੀ पटीशन खारिज कर दी है। नाल ही कहा कि ਜਿਹੜੇ लोग अपने आप ਨੂੰ ਮਨੁੱਖੀ ਹੱਕਾਂ ਦੇ ਰਾਖੇ ਅਖਵਾਉਂਦੇ ਹਨ ਅਤੇ ਇਹੋ ਜਿਹੀਆਂ ਪਟੀਸ਼ਨਾਂ ਦੇ ਪਿੱਛੇ ਹੁੰਦੇ ਹਨ, ਜਿਨ੍ਹਾਂ ਨੇ ਗੁਜਰਾਤ ਦੰਗਿਆਂ ਦੇ ਮਸਲੇ ਨੂੰ ਲਗਾਤਾਰ ਜਿਉਂਦੇ ਰੱਖਿਆ ਹੈ, ਉਹੀ ਸਾਰੇ ਪੁਆੜੇ ਦੀ ਜੜ ਹਨ। ਉਹਨਾਂ ਨੂੰ ਵੀ ਕਟਹਿਰੇ ਵਿੱਚ ਖੜਾ ਕਰਨਾ ਚਾਹੀਦਾ ਹੈ। ਤੇ ਗੁਜਰਾਤ ਦੀ ਹਕੂਮਤ, ਗੁਜਰਾਤ ਦੀ ਪੁਲਿਸ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ, ਆਲਾ ਅਦਾਲਤ ਦੇ ਹੁਕਮ ਦੀ ਕਿੰਨੀ ਤਾਬੇਦਾਰ ਹੁੰਦੀ ਹੈ। ਉਹਨੇ ਫਟਾਫਟ ਜਾ ਕੇ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਤੀਸਤਾ ਸੀਤਲਵਾੜ ਨੂੰ ਗ੍ਰਿਫਤਾਰ ਕਰ ਲਿਆ। ਵਰਿਆਂ ਤੋਂ ਤੀਸਤਾ ਗੁਜਰਾਤ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲੜ ਰਹੀ ਸੀ। ਉਧਰ ਜਿਸ ਮੁਹੰਮਦ ਜ਼ੁਬੈਰ ਨੇ ਦੁਨੀਆ ਨੂੰ ਇਹ ਦੱਸਿਆ ਸੀ ਕਿ ਭਾਜਪਾ ਦੇ ਰਾਸ਼ਟਰੀ ਬੁਲਾਰੇ ਪੈਗੰਬਰ ਹਜ਼ਰਤ ਮੁਹੰਮਦ ਸੱਲੱਲਾਹੁ अलैहि वसल्लम ਬਾਰੇ ਕੈਸੀ ਭੱਦੀ ਜ਼ੁਬਾਨ ਬੋਲਦੇ ਹਨ, ਉਸੇ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। 40 ਸਾਲ ਪੁਰਾਣੀ ਇੱਕ ਹਿੰਦੀ ਫਿਲਮ ਬਾਰੇ ਉਹਦਾ 4 ਸਾਲ ਪੁਰਾਣਾ ਟਵੀਟ ਬਹਾਨਾ ਬਣਾਇਆ ਗਿਆ। ਦੁਨੀਆ ਭਰ ਵਿੱਚ ਮੁਹੰਮਦ ਜ਼ੁਬੈਰ ਤੀਸਤਾ ਸੀਤਲਵਾੜ ਦੀਆਂ ਗ੍ਰਿਫਤਾਰੀਆਂ ਨੂੰ ਲੈ ਕੇ ਭਾਰਤੀ ਹੁਕੂਮਤ ਦੀ ਬੜੀ ਤੋਏ-ਤੋਏ ਹੋ ਰਹੀ ਹੈ। ਉਧਰ ਸੁਪਰੀਮ ਕੋਰਟ ਨੇ ਨੂਪੁਰ ਸ਼ਰਮਾ ਨੂੰ ਉਹ ਫਟਕਾਰ ਲਾਈ ਹੈ ਕਿ ਰਹੇ ਰੱਬ ਦਾ ਨਾਂ। ਕਿਹਾ ਹੈ ਕਿ ਇਸੇ ਇੱਕ ਜਨਾਨੀ ਕਰਕੇ ਹੀ ਸਾਰੇ ਦੇਸ਼ ਵਿੱਚ ਫਿਰਕੂ ਅੱਗ ਲੱਗ ਗਈ ਹੈ। ਵੈਸੇ ਇਸ ਤੋਂ ਬਾਅਦ ਵੀ ਨੂਪੁਰ ਸ਼ਰਮਾ ਹਾਲੇ ਗ੍ਰਿਫਤਾਰ ਨਹੀਂ ਹੋਈ। ਹੁਣ ਤਾਂ ਖੈਰ ਸੁਪਰੀਮ ਕੋਰਟ ਨੇ ਵੀ ਮੰਨ ਲਿਆ ਹੈ ਕਿ ਜਿਨ੍ਹਾਂ ਨੂੰ ਭਾਜਪਾ ਫ੍ਰਿੰਜ ਦੱਸਦੀ ਹੈ, ਉਹਨਾਂ ਦੀ ਕਿੰਨੀ ਪਹੁੰਚ ਹੈ। ਇਹ ਫ੍ਰਿੰਜ ਕੀ ਹੁੰਦੀ ਹੈ, ਇਹਦੇ ਬਾਰੇ ਵੀ ਗੱਲ ਕਰਾਂਗੇ, ਪਰ ਸਵਾਲ ਸਪਸ਼ਟ ਹਨ। ਜਦੋਂ ਹਕੂਮਤ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਜਾਂ ਮੁਹੰਮਦ ਜ਼ੁਬੈਰ ਵਰਗੇ ਤੱਥਾਂ ਦੇ ਪੜਚੋਲੀਏ ਪੱਤਰਕਾਰਾਂ ਨੂੰ ਜੇਲ੍ਹਾਂ ਵਿੱਚ ਸੁੱਟੇ, ਤੇ ਇਸ ਤੋਂ ਹਕੂਮਤ ਦੇ ਕਿਰਦਾਰ ਬਾਰੇ ਕੀ ਸਮਝਿਆ ਜਾਵੇ। ਦੇਸ਼ ਅਤੇ ਸਿਆਸਤ ਵਿੱਚ ਚੱਲ ਰਹੀ ਫਿਰਕੂ ਹਨੇਰੀ ਲਈ ਕੌਣ ਜ਼ਿੰਮੇਵਾਰ ਹੈ? ਕਿ ਸਾਰੇ ਦੇਸ਼ ਵਿੱਚ ਫਿਰਕਾ ਪ੍ਰਸਤੀ ਦੀ ਅੱਗ ਲਈ ਇੱਕ ਔਰਤ ਦਾ ਇੱਕ ਕਥਨ ਜ਼ਿੰਮੇਵਾਰ ਹੈ, ਜਿਵੇਂ ਸੁਪਰੀਮ ਕੋਰਟ ਨੇ ਸਾਨੂੰ ਸਮਝਾਇਆ? ਪੰਜਾਬ ਤੋਂ ਦੇਸ਼ ਦਾ ਇਹ ਵਡੇਰਾ ਸਿਆਸੀ ਮੰਜ਼ਰ ਕਿਹੋ ਜਿਹਾ ਦਿਸਦਾ? ਅਸੀਂ ਤੇ 84 ਦੀ ਅੱਗ ਵਿੱਚੋਂ ਲੰਘੇ ਹਾਂ। ਜਿਨ੍ਹਾਂ ਨੂੰ 2002 ਦਾ ਸੇਕ ਲੱਗਿਆ, ਉਹਨਾਂ ਨਾਲ ਸਾਡਾ ਕਿਹਾ ਰਿਸ਼ਤਾ ਹੈ ਤੇ ਹਾਲੀਆ ਵਰਤਾਰੇ ਬਾਰੇ ਪੰਜਾਬ ਦੀਆਂ ਸਿਆਸੀ ਧਿਰਾਂ ਦੀ ਕੈਸੀ ਸਮਝ ਹੈ? ਇਸ ਸਭ ਬਾਰੇ ਗੱਲ ਕਰਨ ਲਈ ਸਾਡੇ ਨਾਲ ਬਹੁਤ ਹੀ ਸੀਨੀਅਰ ਪੱਤਰਕਾਰ ਨੇ ਸਰਦਾਰ ਹਮੀਰ ਸਿੰਘ ਜੀ, ਜਿਹੜੇ ਇਹਨਾਂ ਮਸਲਿਆਂ ਨਾਲ ਲਗਾਤਾਰ ਨਜਿੱਠਦੇ ਰਹਿੰਦੇ ਨੇ। ਸਾਨੂੰ ਬਹੁਤ ਸਾਰੇ ਮਸਲੇ ਰਾਸ਼ਟਰੀ ਮਸਲੇ ਲੱਗਦੇ ਨੇ, ਪਰ ਜਦੋਂ ਹਮੀਰ ਸਿੰਘ ਜੀ ਪੰਜਾਬ ਦੀ ਪ੍ਰਿਜ਼ਮ ਵਿੱਚੋਂ ਬੈਠ ਕੇ ਇਹਨਾਂ ਰਾਸ਼ਟਰੀ ਮਸਲਿਆਂ ਨੂੰ ਦੇਖਦੇ ਨੇ ਤਾਂ ਉਦੋਂ ਪਤਾ ਲੱਗਦਾ ਹੈ ਸਾਡੀ ਇੱਥੋਂ ਦੀ ਸਿਆਸਤ ਅਤੇ ਦੇਸ਼ ਦੀ ਸਿਆਸਤ ਆਪਸ ਵਿੱਚ ਕਿਵੇਂ ਜੁੜੀ ਹੋਈ ਹੈ। ਸਾਡੇ ਨਾਲ ਜੁੜ ਰਹੇ ਨੇ ਪ੍ਰੋਫੈਸਰ ਮੁਹੰਮਦ ਖਾਲਿਦ ਜੀ। ਪ੍ਰੋਫੈਸਰ ਮੁਹੰਮਦ ਖਾਲਿਦ ਜੀ ਰਾਜਨੀਤਿਕ ਵਿਗਿਆਨ ਦੇ ਸ਼ਾਸਤਰੀ ਹਨ। ਦੇਸ਼ ਦੇ ਵਿੱਚ ਇਸ ਕਿਸਮ ਦੇ ਨਫ਼ਰਤੀ ਵਰਤਾਰੇ ਤੇ ਇਹਨਾਂ ਵਿੱਚੋਂ ਕਿਵੇਂ ਫਿਰ ਵੋਟਾਂ ਵਾਲੀਆਂ ਵੱਡੀਆਂ ਜਿੱਤਾਂ ਨਿਕਲ ਰਹੀਆਂ ਨੇ, ਇੱਕ ਵੱਡੀ ਭੀੜ ਤਾਮੀਰ ਕੀਤੀ ਜਾ ਰਹੀ ਹੈ, ਜਿਹੜੀ ਕਦੀ ਦੇਸ਼ ਭਗਤਾਂ ਦੀ ਭੀੜ ਬਣ ਜਾਂਦੀ ਹੈ, ਕਦੀ ਨਫ਼ਰਤੀ ਭੀੜ ਬਣ ਜਾਂਦੀ ਹੈ, ਅਤੇ ਜਿਸ ਦੇ ਥੱਲੇ ਬਹੁਤ ਸਾਰਾ ਲਿਬਰਲ ਬਿਆਨੀਆਂ ਦੇਸ਼ ਦਾ ਡੈਮੋਕ੍ਰੈਟਿਕ ਤੰਤਰ ਜਿਹੜਾ ਉਹ ਥੱਲੇ ਰਗੜਿਆ ਜਾ ਰਿਹਾ ਹੈ। ਹਮੀਰ ਸਿੰਘ ਜੀ, ਇਹ ਜਿਸ ਤਰੀਕੇ ਨਾਲ ਇਹ ਘਟਨਾਵਾਂ ਸਾਰੀਆਂ ਹੋਈਆਂ ਨੇ, ਲਗਭਗ ਅਸੀਂ ਇੱਕ ਆਈਸੋਲੇਟਿਡ ਜੀ ਪੰਜਾਬ ਪੋਲਿਟਿਕਸ ਵੀ ਦੇਖਦੇ ਹਾਂ। ਜਦੋਂ ਪੰਜਾਬ ਦੇ ਵਿੱਚ ਸਿਆਸਤ ਬਾਰੇ ਗੱਲ ਹੁੰਦੀ ਹੈ ਤਾਂ ਉਹ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਦੀ ਸਰਕਾਰ ਨੇ ਕੀ ਕੀਤਾ, ਜਾਂ ਉਹ ਇਸ਼ਤਿਹਾਰ ਦਿੰਦੀ ਹੈ, ਜਾਂ ਉਹਦਾ ਦਾ ਬਜਟ ਕਿਸ ਤਰ੍ਹਾਂ ਦਾ ਹੈ, ਇਸ ਸਭ ਬਾਰੇ ਗੱਲ ਹੁੰਦੀ ਹੈ। ਦੇਸ਼ ਦੀ ਗੱਲਬਾਤ ਜਦੋਂ ਹੁੰਦੀ ਹੈ ਤਾਂ ਜੋ ਮਹਾਰਾਸ਼ਟਰ ਦੇ ਵਿੱਚ ਰਾਜਨੀਤਿਕ ਉਥਲ-ਪੁਥਲ ਹੋ ਰਹੀ ਹੈ, ਜਾਂ ਜੋ ਦੇਸ਼ ਦੇ ਵਿੱਚ ਫਿਰਕੂ ਵਾਤਾਵਰਣ ਬਣਿਆ ਜਾ ਰਿਹਾ, ਜਾਂ ਜਿਸ ਤਰੀਕੇ ਨਾਲ ਨੂਪੁਰ ਸ਼ਰਮਾ ਵਰਗੇ ਕਿਰਦਾਰ ਸਾਹਮਣੇ ਆਉਂਦੇ ਨੇ, ਜਾਂ ਮੁਹੰਮਦ ਜ਼ੁਬੈਰ ਜਾਂ ਤੀਸਤਾ ਸੀਤਲਵਾੜ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਂਦੇ ਨੇ, ਉਹ ਇੱਕ ਅਲੱਗ ਖਾਨੇ ਦੇ ਵਿੱਚੋਂ ਦੇਖੀ ਜਾਂਦੀ ਹੈ। ਇੱਕ ਤਾਂ ਸਾਡੀ ਸਿਆਸਤ ਨਾਲ ਇਹ ਸਾਰੀ ਸਿਆਸਤ ਕਿਵੇਂ ਜੁੜਦੀ ਹੈ, ਤੇ ਦੂਸਰਾ ਜਿਹੜੀਆਂ ਹਾਲ ਦੀਆਂ ਘਟਨਾਵਾਂ ਨੇ, ਇੱਥੋਂ ਦੇਸ਼ ਦਾ ਆਉਣ ਵਾਲਾ ਸਿਆਸੀ ਮੰਜ਼ਰ ਕਿਹੋ ਜਿਹਾ ਦਿਖਾਈ ਦੇ ਰਿਹਾ ਹੈ? ਪੰਜਾਬ ਦੀ ਸਿਆਸਤ ਪਿਛਲੇ 2-3 ਦਹਾਕਿਆਂ ਤੋਂ ਐਵੇਂ ਦੇਖਣ ਲੱਗੀ ਆ। ਉਦੋਂ ਪਹਿਲਾਂ ਨਹੀਂ ਸੀ ਮੇਰੇ ਖਿਆਲ। ਉਦੋਂ ਪਹਿਲਾਂ ਅਸੀਂ ਨੈਸ਼ਨਲ ਵੀ ਦੇਖਦੇ ਸੀ, ਇੰਟਰਨੈਸ਼ਨਲ ਚੀਜ਼ਾਂ ਨੂੰ ਵੀ ਦੇਖਦੇ ਸੀ। ਮੰਨ ਲਓ ਐਮਰਜੈਂਸੀ ਆਈ, ਪੰਜਾਬ ਵਾਲਿਆਂ ਨੂੰ ਤਾਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਰਹਿਣ ਦਿਓ, ਤੁਸੀਂ ਆਪਣਾ ਜੋ ਮਰਜ਼ੀ ਕੰਮ ਕਰੋ, ਸੱਤਾ ਵੀ ਲੈ ਲਓ, ਰਹਿਣ ਦਿਓ। ਪਰ ਉਦੋਂ ਪੋਲੀਟਿਕਸ ਇੱਕ ਆਈਡੀਓਲੋਜੀ ਬੇਸਡ ਪੋਲੀਟਿਕਸ, ਇੱਕ ਨਿਸ਼ਾਨਾ ਹੁੰਦਾ ਸੀ, ਟੀਚਾ ਕਿ ਮੈਂ ਕਿਹੋ ਜਿਹਾ ਰਾਜ ਪ੍ਰਬੰਧ ਚਾਹੁੰਦਾ, ਮੇਰੇ ਪਿੱਛੇ ਆਈਡੀਓਲੋਜੀ ਕਿਹੋ ਜਿਹੀ ਹੈ।
ਫਿਰ ਜਦੋਂ ਉਹ ਛੱਡ ਕੇ ਹੌਲੀ ਹੌਲੀ ਇਹ ਵੋਟ ਬੈਂਕ ਤੱਕ ਹੀ ਸੀਮਿਤ ਹੋਈ ਇਕੱਲੀ ਕਿ ਆਪਾਂ ਸੱਤਾ ਹਾਸਲ ਕਰਨੀ ਹੈ। ਸੱਤਾ ਹਾਸਲ ਕਰਕੇ ਕਰਨਾ ਕੀ ਹੈ, ਇੱਕ ਨਕਸ਼ਾ ਹੁੰਦਾ ਥੋੜਾ ਬਹੁਤ ਸਾਹਮਣੇ ਕਿ ਮੈਂ ਇਹੋ ਜਿਹਾ ਰਾਜ ਪ੍ਰਬੰਧ ਦੇਣਾ ਚਾਹੁੰਦਾ। ਉਹ ਸ਼ਾਇਦ ਲਗਾਤਾਰ ਗਿਰਾਵਟ ਦੇ ਵਿੱਚ ਆਉਂਦਾ ਗਿਆ। ਤੇ ਫਿਰ ਪੰਜਾਬ ਦੇ ਵਿੱਚ ਜਿਹੜੇ ਬਾਕੀ ਦੀਆਂ ਧਿਰਾਂ ਸੀਗੀਆਂ, ਸ਼੍ਰੋਮਣੀ ਅਕਾਲੀ ਦਲ ਸੀ, ਕਾਂਗਰਸ, ਪਹਿਲਾਂ ਤਾਂ ਇਹੀ ਚੱਲ ਆਪਸ ਦੇ ਵਿੱਚ ਮੇਨ ਧਿਰਾਂ ਸੀ ਪੰਜਾਬ ਦੇ ਵਿੱਚ। ਫਿਰ ਜਿਹੜਾ ਆਪ ਦਾ ਵਰਤਾਰਾ ਆਉਂਦਾ, ਆਪ ਦਾ ਵਰਤਾਰਾ ਬਿਲਕੁਲ ਜਿਵੇਂ ਨਾਨ ਪੋਲੀਟੀਕਲ ਟਾਈਪ ਤੇ ਨਾਨ ਆਈਡੀਓਲੋਜੀ, ਮਤਲਬ ਉਹ ਤਾਂ ਕਹਿੰਦੇ ਵੀ ਰਹੇ ਨੇ ਕਿ ਵਿਚਾਰਧਾਰਾ ਦਾ ਦੌਰ ਖਤਮ ਹੋ ਗਿਆ ਜੀ, ਇਹਦੇ ਤੇ ਸੋਚਣ ਦੀ ਕੋਈ ਲੋੜ ਨਹੀਂ, ਅਸੀਂ ਪ੍ਰੈਗਮੈਟਿਕ ਪੋਲਿਟਿਕਸ ਕਰ ਰਹੇ ਹਾਂ, ਸਾਡੇ ਜਿਹੜਾ ਸਮੱਸਿਆ ਸਾਹਮਣੇ ਆਊ। ਫਿਰ ਉਹਨਾਂ ਨੇ ਤਾਂ ਫਰੀਬੀਜ਼ ਤੇ ਜਾਂ ਗਰੰਟੀਆਂ ਦਾ ਮਾਹੌਲ ਤੋੜ ਲਿਆ, ਮਤਲਬ ਕਿਸੇ ਵੱਡੇ ਇਸ਼ੂ ਤੇ। ਜੇ ਅੱਜ ਦੇਖੋਗੇ ਪਾਰਟੀਆਂ ਦਾ ਸਟੈਂਡ ਕੀ ਹੈ ਹੀ ਨਹੀਂ। ਜੰਮੂ ਕਸ਼ਮੀਰ ਤੇ ਕੀ ਸਟੈਂਡ ਹੈ? ਜੇ ਧੱਕੇ ਨਾਲ ਹੀ ਬੁਲਵਾਓਗੇ ਤਾਂ ਉਹ ਕਹੂਗਾ ਕੁਛ ਨਾ ਕੁਛ, ਮਾਈਕ ਜਾ ਕੇ ਉਹਦੇ ਮੂੰਹ 'ਚ ਥਰਸਟ ਕਰ ਦਿਓਗੇ ਤਾਂ ਉਹ ਕੁਝ ਬੋਲ ਪਏਗਾ, ਤਾਂ ਵੀ ਉਹ ਇੰਨਾ ਕੀ ਬੋਲੇਗਾ ਕਿ ਅਸੀਂ ਠੀਕ ਹੈ ਜੀ, ਅਸੀਂ ਵੋਟ ਉਹਦੇ ਪੱਖ 'ਚ ਪਾਈ ਹੈ। ਪੰਜਾਬ ਦੀਆਂ ਆਲਮੋਸਟ ਸਾਰੀਆਂ ਪਾਰਟੀਆਂ ਨੇ ਉਹਦੇ ਪੱਖ 'ਚ ਵੋਟ ਪਾਈ ਹੈ ਜਿਹਦਾ ਪਾਰਲੀਮੈਂਟ ਦੇ ਵਿੱਚ ਕੋਈ ਦਖਲ ਸੀ। ਪਰ ਤੁਸੀਂ ਕਹਿ ਰਹੇ ਹੋ ਇਹ ਪੋਲੀਟੀਕਲ ਪਾਰਟੀਆਂ ਦੀ ਪੋਲਿਟਿਕਸ ਬਿਨਾਂ ਆਈਡੀਓਲੋਜੀ ਤੇ ਹੈ, ਦੇਸ਼ ਆਈਡੀਓਲੋਜੀਕਲ ਬੇਸਿਸ ਤੇ ਪਾਟਿਆ ਪਿਆ ਵਿਚਕਾਰੋਂ। ਇਹੀ ਰੌਲਾ ਦੇਸ਼ ਵੀ ਪਾਟਿਆ। ਮੈਨੂੰ ਲੱਗਦਾ ਜੇ ਆਈਡੀਓਲੋਜੀਕਲ ਅਪਰੋਚ ਆਪਣੀ ਆਈਡੀਓਲੋਜੀ ਨੂੰ ਇੰਪਲੀਮੈਂਟ ਕਰਨ ਲਈ, ਧਰਾਤਲ ਤੇ ਉਤਾਰਨ ਲਈ ਕੋਈ ਕੋਸ਼ਿਸ਼ ਕਰ ਰਿਹਾ ਤਾਂ ਉਹ ਬੀਜੇਪੀ ਹੈ। 2014 ਤੋਂ ਖਾਸ ਤੌਰ ਤੇ, ਉਦੋਂ ਪਹਿਲਾਂ ਵੀ ਸੱਤਾ ਚਾਹ ਕੇ ਵੀ ਨਾਰਮਲੀ ਇਹ ਮੰਨਿਆ ਜਾਂਦਾ ਰਿਹਾ ਕਿ ਜਿਹੜੀਆਂ ਆਈਡੀਓਲੋਜੀਕਲ ਬੇਸਡ ਪਾਰਟੀਆਂ ਵੀ ਨੇ ਉਹ ਸੱਤਾ ਚਾਹ ਕੇ ਕਈ ਵਾਰ ਆਈਡੀਓਲੋਜੀ ਭੁੱਲ ਜਾਂਦੀਆਂ ਰਹੀਆਂ। ਮਤਲਬ ਉਹਨਾਂ ਦਾ ਕੀ ਆ, ਆਪਾਂ ਇਹਦੇ ਤੇ ਫੈਸਲੇ ਲੈ ਲਈਏ। ਔਰ ਬੀਜੇਪੀ ਉਹਦੇ ਜਿਹੜੇ ਮੇਜਰ ਕੋਰ ਇਸ਼ੂ ਨੇ ਉਹਨੂੰ ਲੈ ਕੇ ਸਗੋਂ ਬਾਰ-ਬਾਰ ਗੱਲ ਕਰ ਰਹੀ ਹੈ। ਔਰ ਜੇ ਆਪ ਨਹੀਂ ਕਰਨਾ, ਆਪਣੇ ਸੋ ਕਾਲਡ ਜਿਹੜੇ ਕਦੇ ਫ੍ਰਿੰਜ ਐਲੀਮੈਂਟ ਕਹੇ ਜਾਂਦੇ ਨੇ ਉਹ ਬਾਰ-ਬਾਰ ਉਹੀ ਗੱਲ ਕਰਦੇ ਨੇ। ਚਾਹੇ ਕੀ ਖਾਣਾ ਹੈ, ਕੀ ਪਹਿਨਣਾ ਹੈ, ਕਿਵੇਂ ਬੋਲਣਾ ਹੈ, ਕੀ ਗੱਲ ਕਰਨੀ ਹੈ, ਉਹ ਸਾਰੀਆਂ ਚੀਜ਼ਾਂ ਤੇ ਆਪਾਂ ਦੇਖਦੇ ਹਾਂ ਜਿਹੜੀਆਂ ਚੀਜ਼ਾਂ ਨੇ। ਔਰ ਅਸੀਂ ਰਿਐਕਟ ਨਹੀਂ, ਚਾਹੇ ਸ਼ਾਹੀਨ ਬਾਗ ਦਾ ਮੋਰਚਾ ਹੋਵੇ, ਪੰਜਾਬ ਦੀ ਪੋਲਿਟਿਕਸ ਨੇ ਉਹਦੇ ਤੇ ਉਸ ਲੈਵਲ ਦਾ ਰਿਐਕਟ ਨਹੀਂ ਕੀਤਾ। ਚਾਹੇ ਮੁਹੰਮਦ ਜੁਬੈਦ ਤੋਂ ਲੈ ਕੇ ਹੁਣ ਸੀਤਲਾ ਹਾਂ ਜਿਹੜਾ ਉਹ ਸਾਰਾ ਮਾਮਲੇ ਹੋਣ, ਜਾਂ ਜਿੰਨੇ ਗ੍ਰਿਫਤਾਰੀਆਂ ਹੋਰ ਨੇ, ਈਵਨ ਇੱਕ ਹਿੱਸਾ ਜਿਹੜਾ ਥੋੜਾ ਬਹੁਤ ਲੈਫਟ ਦਾ ਉਹ ਦੂਸਰੇ ਭੀਮਾ ਕੋਰੇਗਾਂਵ ਤੇ ਕਦੇ ਕਦੇ ਉਹ ਇੱਕ ਰੈਲੀ ਸੈਮੀਨਾਰ ਉਹਨਾਂ ਬੋਲਦਾ ਤੇ ਮੇਨ ਸਟ੍ਰੀਮ ਦੀ ਜਿਹੜੀ ਪਾਰਟੀ ਨਹੀਂ ਬੋਲਦੀ। ਉਹਦੇ ਨਾਲੋਂ ਐਂ ਲੱਗਦਾ ਕਿ ਜਿਵੇਂ ਮੈਂਟਲੀ ਪੰਜਾਬੀ ਪੋਲਿਟਿਕਸ ਤੇ ਪੰਜਾਬੀ ਬੰਦਾ ਉਹੀ ਰਹਿੰਦਾ ਵੀ ਅਸੀਂ ਕਿਸੇ ਖਲਾ 'ਚ ਰਹਿ ਰਿਹਾ, ਸਾਡਾ ਦੇਸ਼ ਦੁਨੀਆ ਨਾਲ ਕੋਈ ਸੰਬੰਧ ਨਾ ਹੋਵੇ, ਜਿਵੇਂ ਅਸੀਂ ਉਹੇ ਜਿਹੀ ਪੋਲਿਟਿਕਸ ਕਰਦੇ ਨਜ਼ਰ ਆ ਰਹੇ। ਦੈਟ ਇਜ਼ ਡੇਂਜਰਸ। ਉਹ ਸਾਨੂੰ ਪਤਾ ਹੀ ਨਹੀਂ ਲੱਗੇਗਾ ਅਸੀਂ ਉਹਨਾਂ ਰਾਹਾਂ ਤੇ ਤਿਲਕਦੇ ਜਾ ਰਹੇ ਹਾਂ ਤੇ ਉਹਨਾਂ ਘੇਰਿਆਂ ਦੇ ਵਿੱਚ ਫਸਦੇ ਜਾ ਰਹੇ ਹਾਂ ਜਿੱਥੋਂ ਸਾਡੀ ਘੇਰਾਬੰਦੀ ਹੋ ਚੁੱਕੀ ਹੋਵੇਗੀ, ਅਸੀਂ ਨਿਕਲ ਹੀ ਨਹੀਂ ਸਕਾਂਗੇ। ਘੇਰਾਬੰਦੀ ਹੋ ਚੁੱਕੀ ਹੈ ਮੈਨੂੰ ਤਾਂ ਲੱਗਦਾ ਬਹੁਤ ਹੱਦ ਤੱਕ, ਜਿਹਦੇ ਤੋਂ ਸਾਨੂੰ ਪਤਾ ਹੀ ਨਹੀਂ ਲੱਗੇਗਾ ਉਸ ਲੈਵਲ ਤੇ। ਜਦੋਂ ਤੁਹਾਨੂੰ ਇਹ ਪਤਾ ਨਾ ਲੱਗੇ ਮੈਂ ਫੈਸਲਾ ਕੀ ਕਰਨਾ ਹੈ, ਆ ਇੱਕ ਕ੍ਰਿਟੀਕਲ ਇਸ਼ੂ ਆ ਗਿਆ ਤੇ ਮੇਰਾ ਫੈਸਲਾ ਕੀ ਕਰਨਾ ਹੈ, ਇਹਦਾ ਮਤਲਬ ਸਾਡਾ ਦਿਮਾਗ ਕਲੋਜ਼ ਹੋ ਗਿਆ, ਉੱਥੇ ਇੰਨਾ ਜ਼ਿਆਦਾ ਜਕੜ ਲਿਆ ਕਿ ਅਸੀਂ ਉਹਦੇ ਤੇ ਕੋਈ ਸਟੈਂਡ ਨਹੀਂ ਲੈ ਪਾ ਰਹੇ ਕਿਸੇ ਵੀ ਮੁੱਦੇ ਦੇ ਉੱਤੇ। ਹੁਣ ਤੁਹਾਡੇ ਸਾਹਮਣੇ ਜਿਹੜੇ ਐਡੇ ਮੁਸ਼ਕਿਲ, ਜਿੱਥੇ UN ਬੋਲਦੀ ਹੋਵੇ, ਜਿੱਥੇ ਦੁਨੀਆ ਦੇ ਬਾਕੀ ਦੇ ਦੇਸ਼ ਬੋਲਦੇ ਹੋਣ, ਬਿਲਕੁਲ ਤੇ ਯੂਨਾਈਟਿਡ ਸਟੇਟਸ ਦਾ ਹਿਊਮਨ ਰਾਈਟਸ ਕਮਿਸ਼ਨਰ ਬੋਲ ਰਿਹਾ ਹੈ, ਯੂਨਾਈਟਿਡ ਨੇਸ਼ਨਸ ਬੋਲ ਰਹੀ ਹੈ, ਐਡੀਟਰ ਗਿਲਡ ਬੋਲਦਾ ਹੋਵੇ ਜਿਹੜਾ ਕਦੇ ਬੋਲਦਾ, ਮਤਲਬ ਜਿਹੜਾ ਕਦੇ ਹੀ ਬੋਲਦਾ ਹੈ, ਜਿਹਦਾ ਬੋਲਣਾ ਬਹੁਤ ਵੱਡੀ ਖਬਰ ਹੁੰਦਾ, ਬਹੁਤ ਵੱਡੀ ਖਬਰ ਹੁੰਦਾ ਹੈ। ਜਿੱਥੇ ਉਹ ਸਾਰੇ ਬੰਦੇ, ਜਿੱਥੇ 2200 ਬੰਦਾ ਅਕੈਡਮਿਸ਼ੀਅਨ, ਬਿਊਰੋਕਰੇਟ, ਰਿਟਾਇਰ ਬਿਊਰੋਕਰੇਟ ਲਿਖ ਕੇ ਦਿੰਦਾ ਹੋਵੇ ਕਿ ਇਹ ਗੱਲ ਗਲਤ ਹੋ ਰਹੀ ਹੈ, ਇਹ ਸੰਵਿਧਾਨ ਦੀ ਉਲੰਘਣਾ ਹੈ, ਇਹ ਬਾਕੀ ਦੀਆਂ ਚੀਜ਼ਾਂ ਨੇ, ਤੇ ਸਾਡੇ ਖਾਮੋਸ਼ੀ ਹੋਵੇ, ਉਹ ਦੋ ਹੀ ਚੀਜ਼ਾਂ ਚੋਂ ਹੁੰਦੀ ਹੈ। ਜਾਂ ਸਾਡਾ ਪੋਲੀਟੀਸ਼ੀਅਨ ਬਿਲਕੁਲ ਹੀ ਬੌਧਿਕ ਤੌਰ ਤੇ ਹੀਣਾ ਹੋ ਰਿਹਾ ਕਿ ਉਹਦੇ ਨਾਲ ਅੰਗੇਜ ਨਹੀਂ ਕਰਨਾ ਚਾਹੁੰਦਾ, ਜਾਂ ਡਰ ਤੇ ਸਹਿਮ ਦਾ ਕੋਈ ਵਾਤਾਵਰਨ ਹੈ ਕਿ ਆਪਾਂ ਉਹਦੇ ਚ ਕਾਹਨੂੰ ਉਸ ਲੈਵਲ ਤੇ ਲੈਣਾ। ਹੋਰ ਤਾਂ ਕੋਈ ਤਰੀਕਾ ਮੈਨੂੰ ਨਹੀਂ ਨਜ਼ਰ ਆਉਂਦਾ ਕਿ ਉਸ ਪੱਧਰ ਦੇ ਉੱਤੇ ਹੈ। ਔਰ ਇਹਦੇ ਵਿੱਚੋਂ ਫਿਰ ਜਿਹੜਾ ਸਵਾਲ ਇਹ ਪੈਦਾ ਹੁੰਦਾ ਕਿ ਅਸੀਂ ਫਿਰ ਫਿਊਚਰ ਦੇ ਵਿੱਚ ਜਿਹੜੇ ਪੰਜਾਬ ਤੋਂ ਇਹ ਕਹਿੰਦੇ ਸੀ ਕਿ ਪੰਜਾਬ ਤੋਂ ਆਵਾਜ਼ ਜਾਂਦੀ ਹੈ, ਉਹ ਅੰਦੋਲਨ ਲੀਡ ਕਰਦਾ ਹੈ, ਉਹ ਬਾਕੀ ਦੀਆਂ ਚੀਜ਼ਾਂ ਨੂੰ ਅੰਦੋਲਨ ਲੀਡ ਕਦੋਂ ਕਰੂਗਾ? ਅੰਦੋਲਨ ਲੀਡ ਉਦੋਂ ਕਰੂ ਜਦੋਂ ਕਿਸੇ ਤੇ ਸਟੈਂਡ ਲਓ ਨਾ। ਬਿਲਕੁਲ। ਇੱਕ ਕਿਸਾਨ ਅੰਦੋਲਨ ਸੀ ਜਿਹਦੇ ਚਲੋ ਲੀਡ ਕੀਤੀ, ਉਹ ਕਿਸਾਨੀ ਦੇ ਮਸਲੇ ਸੀ। ਜਿਹੜੇ ਪੋਲੀਟੀਕਲ ਮਸਲੇ ਨੇ ਬਾਕੀ ਕੀ ਉਹਨਾਂ ਤੇ ਅਸੀਂ ਨਹੀਂ ਕੁਝ ਸਟੈਂਡ ਲੈ ਸਕਦੇ ਉਸ ਪੱਧਰ ਦੇ ਉੱਤੇ। ਔਰ ਹਰ ਪਾਰਟੀ ਖਾਮੋਸ਼ ਹੈ, ਕੱਲਾ ਐ ਨਹੀਂ ਹੈ ਕਿ ਇੱਕ ਪਾਰਟੀ ਜਾਂ ਦੂਜੀ ਜਾਂ ਤੀਜੀ ਜਾਂ ਕੋਈ ਉਹ ਉਸ ਲੈਵਲ ਤੇ ਸਟੈਂਡ ਲੈ ਰਹੀ ਹੈ। ਇਹ ਸਾਰੇ ਮਾਹੌਲ ਦੇ ਵਿੱਚੋਂ ਲੱਗਦਾ ਸਾਡਾ ਜਿਹੜਾ ਦਖਲ ਹੈ ਉਹ ਪਾਰਲੀਮੈਂਟਰੀ ਡੈਮੋਕ੍ਰੇਸੀ ਚ, ਪਾਰਲੀਮੈਂਟ ਦੇ ਅੰਦਰ ਵੀ, ਚਾਹੇ ਉਹ ਲੋਕ ਸਭਾ ਚ ਹੋਵੇ ਚਾਹੇ ਉਹ ਰਾਜ ਸਭਾ ਚ ਹੋਵੇ, ਉੱਥੇ ਘਟ ਰਿਹਾ ਤੇ ਸਾਡੀ ਪੁੰਗਤ ਵੀ ਨਾ ਦੇ ਬਰਾਬਰ। ਕੱਲੀ ਗਿਣਤੀ ਨਹੀਂ ਹੁੰਦੀ, ਤੁਹਾਡੇ ਪ੍ਰਭਾਵਸ਼ਾਲੀ ਬੁਲਾਰੇ ਵੀ ਹੁੰਦੇ ਨੇ ਜਿਹੜੇ ਇੰਪੈਕਟ ਕਰ ਦਿੰਦੇ ਨੇ। ਇਹ ਤਾਂ ਬਿਲਕੁਲ ਸਾਰੇ ਗੱਲ ਹੈ ਕਿ ਕੱਲੀ ਗਿਣਤੀ ਨਹੀਂ ਹੁੰਦੀ। ਉਹ ਪਾਕਿਸਤਾਨ ਦੇ ਵਿੱਚ ਸ਼ੇਖ ਰਸ਼ੀਦ ਆਪਣੀ ਪਾਰਟੀ ਦਾ ਇਕੱਲਾ ਹੀ ਆਦਮੀ ਹੈ ਤੇ ਉਹ ਕਿੰਨੀ ਵੱਡੀ ਆਵਾਜ਼ ਬਣ ਜਾਂਦਾ, ਉੱਥੇ ਸਿੰਗਲ MP ਹੈ ਤੇ ਉਹ ਹੋਮ ਮਿਨਿਸਟਰ ਬਣ ਜਾਂਦਾ ਪਾਕਿਸਤਾਨ ਦਾ। ਖਾਲਿਦ ਸਾਹਿਬ, ਟੇਕ ਮੀ ਟੂ ਦਾ ਨੈਸ਼ਨਲ ਸਿਨੈਰੀਓ। ਜਿਸ ਤਰੀਕੇ ਦੇ ਨਾਲ ਇਹ ਸਾਰੇ ਘਟਨਾਕ੍ਰਮ ਹੋਏ ਨੇ, ਨੂਪੁਰ ਸ਼ਰਮਾ ਦਾ ਇੱਕ ਬਿਆਨ ਆਉਂਦਾ TV ਦੇ ਉੱਤੇ, ਉਸ ਤੋਂ ਇਹ ਨਫ਼ਰਤ ਦੀ ਅੱਗ ਫੈਲਦੀ ਹੈ। ਮੁਹੰਮਦ ਜ਼ੁਬੈਰ ਉਹਨੂੰ ਫਲੈਗ ਕਰਦੇ ਨੇ ਕਿ ਦੇਖੋ ਨਬੀ ਬਾਰੇ ਕੀ ਕਿਹਾ ਜਾ ਰਿਹਾ, ਤੇ ਸਾਰੇ ਆਸ਼ਿਕੇ ਰਸੂਲ ਜਿਹੜੇ ਨੇ ਉਹ ਨੈਚੁਰਲੀ ਉਹਨਾਂ ਦੇ ਦਿਲ ਦਿਮਾਗ ਦੇ ਉੱਤੇ ਇਹ ਘਾਤ ਹੋਣਾ ਹੀ ਸੀ।
ਇਹਦੇ ਬਾਰੇ ਜਦੋਂ ਆਵਾਜ਼ਾਂ ਉੱਠਦੀਆਂ ਨੇ ਸਾਰੇ ਬੰਦੇ ਹਿੰਦੁਸਤਾਨ ਦੀ ਤੋਏ ਕਰਦੇ ਨੇ ਯੂਨਾਈਟਿਡ ਨੇਸ਼ਨਸ ਤੋਂ ਲੈ ਕੇ, ਪਰ ਕੋਈ ਅਸਰ ਨਹੀਂ ਹੁੰਦਾ। ਬਿਲਕੁਲ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਜਿਸ ਵੇਲੇ ਜਿਨ੍ਹਾਂ ਕੰਟਰੀਜ਼ ਦਾ ਆਪਣਾ ਹਿਊਮਨ ਰਾਈਟਸ ਰਿਕਾਰਡ ਬੜਾ ਖਰਾਬ ਹੈ, ਜਿਹੜੇ ਕਿਸੇ ਨੂੰ ਸ਼ਕਲ ਦਿਖਾਉਣ ਜੋਗੇ ਨਹੀਂ, ਕੁਵੈਤ ਵਰਗੇ, ਕਤਰ ਵਰਗੇ, ਉਹਨਾਂ ਦੇ ਕਹਿਣ ਦੇ ਉੱਤੇ ਸਾਡੀ ਸਰਕਾਰ ਦੇ ਉੱਤੇ ਅਚਾਨਕ ਅਸਰ ਹੋ ਜਾਂਦਾ ਕਿ ਉਹ ਇੰਨਾ ਗਲਤ ਹੋ ਗਿਆ ਤੇ ਉਹ ਝੱਟ ਬੀਜੇਪੀ ਉਹ ਨੂਪੁਰ ਸ਼ਰਮਾ ਨੂੰ ਕੱਢ ਦਿੰਦੀ ਹੈ। ਪਰ ਉਸ ਤੋਂ ਬਾਅਦ ਦਾ ਜਿਹੜਾ ਘਟਨਾਕ੍ਰਮ ਹੈ, ਮੁਹੰਮਦ ਜ਼ੁਬੈਰ ਦਾ ਇਸ ਤਰੀਕੇ ਨਾਲ ਪਕੜਿਆ ਜਾਣਾ, ਤੁਹਾਨੂੰ ਕੀ ਲੱਗਦਾ ਹੈ ਕੀ ਸੰਦੇਸ਼ ਭੇਜਿਆ ਜਾ ਰਿਹਾ ਹੈ? ਸਰਕਾਰ ਕੀ ਕਹਿਣਾ ਚਾਹ ਰਹੀ ਹੈ? ਇਹ ਜਿਹੜਾ ਬਲੇਟੈਂਟਿਜ਼ਮ ਹੈ ਇਹਨੂੰ ਲੋਕ ਕਿਵੇਂ ਪੜ ਰਹੇ ਨੇ ਦੇਸ਼ ਦੇ ਤੇ ਫਿਰ ਪੰਜਾਬ ਦੇ? ਦੇਖੋ, ਸਰਕਾਰ ਅਗਰ ਇਹ ਸੋਚੇ ਕਿ ਅਸੀਂ ਚੋਰ ਨਾਲ ਵੀ ਹਾਂ ਤੇ ਅਸੀਂ ਸਾਧ ਨਾਲ ਵੀ ਹਾਂ, ਉਹ ਨਹੀਂ ਹੋ ਸਕਦਾ। ਜਾਂ ਤੁਸੀਂ ਉਧਰੋਂ ਜਾਂ ਉਧਰੋਂ। ਇਹ ਜਿਹੜਾ ਸਿਚੁਏਸ਼ਨ ਹੋਈ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪਿਛਲੇ 8-9 ਸਾਲਾਂ ਦੇ ਵਿੱਚ ਜਿਸ ਤਰ੍ਹਾਂ ਦਾ ਇਕੋਸਿਸਟਮ ਇੱਥੇ ਡਿਵੈਲਪ ਕੀਤਾ ਗਿਆ ਔਰ ਜਾਣਬੁੱਝ ਕੇ ਡੈਲੀਬਰੇਟ ਡਿਵੈਲਪ ਕੀਤਾ ਗਿਆ ਔਰ ਵੋਟ ਪੋਲਿਟਿਕਸ ਕਰਕੇ ਡਿਵੈਲਪ ਕੀਤਾ ਗਿਆ, ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਹਰ ਤਰ੍ਹਾਂ ਦਾ ਹਰਬਾ ਹੀਲਾ ਇਸਤੇਮਾਲ ਕੀਤਾ ਗਿਆ ਸਮਾਜ ਨੂੰ ਵੰਡਣ ਦਾ, ਮੈਜੋਰਿਟੇਰੀਅਨ ਪੋਲਿਟਿਕਸ ਕਰਨ ਦਾ, ਤਾਂ ਕਿ ਪਰਮਾਨੈਂਟਲੀ ਅਸੀਂ ਸੱਤਾ ਦੇ ਉੱਪਰ ਕਾਬਜ਼ ਰਹਿ ਸਕੀਏ। ਉਹਦੀ ਕਲਮੀਨੇਸ਼ਨ ਜਿਹੜੀ ਹੋਈ ਹੈ ਉਹ ਹੋ ਰਹੀ ਹੈ ਮੀਡੀਆ ਦੇ ਥਰੂ, ਖਾਸ ਤੌਰ ਪਰ ਇਲੈਕਟ੍ਰੋਨਿਕ ਮੀਡੀਆ ਦੇ ਥਰੂ, ਜਿਸ ਵੇਲੇ ਸ਼ਾਮ ਨੂੰ ਤੁਸੀਂ ਬੈਠ ਕੇ ਇੱਕ ਡਿਵਿਸਿਵ ਏਜੰਡਾ ਔਰ ਜਿਹੜੇ ਤੁਹਾਡੇ ਐਂਕਰ ਹੈ ਉਹ ਆਪਣਾ ਇੱਕ ਏਜੰਡਾ ਲੈ ਕੇ ਚੱਲਦੇ ਆ ਔਰ ਉਹਨੂੰ ਥੋਪਦੇ ਆ ਆਪਣੇ ਬੁਲਾਰਿਆਂ ਦੇ ਉੱਪਰ ਔਰ ਜਿਸ ਤਰ੍ਹਾਂ ਦੀ ਕੁਐਸਚਨਿੰਗ ਕਰਦੇ ਆ। ਔਰ ਇਹ ਜਿਹੜਾ ਨੂਪੁਰ ਸ਼ਰਮਾ ਦਾ ਹੋਇਆ, ਇਹ ਨੂਪੁਰ ਸ਼ਰਮਾ ਤਾਂ ਜਸਟ ਇੱਕ ਸਿੰਪਟਮ ਹੈ। ਡਿਜ਼ੀਜ਼ ਜਿਹੜੀ ਹੈਗੀ ਉਹ ਤਾਂ ਸਾਰੇ ਸਮਾਜ ਦੇ ਵਿੱਚ ਫੈਲਦੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਇਕੱਲੀ ਔਰਤ ਕਰਕੇ ਸਾਰੇ ਦੇਸ਼ ਵਿੱਚ ਅੱਗਾ ਲੱਗੀ। ਨਹੀਂ, ਉਹ ਮੈਂ ਤੁਹਾਨੂੰ ਦੱਸਦਾ, ਸੁਪਰੀਮ ਕੋਰਟ ਦੀ ਆਪਣੀ ਆਬਜ਼ਰਵੇਸ਼ਨ ਹੋ ਸਕਦੀ ਹੈ, ਲੇਕਿਨ ਉਹਨੂੰ ਮੈਂ ਇੱਕ ਸਿੰਪਟਮ ਹੀ ਮੰਨਦਾ। ਡਿਜ਼ੀਜ਼ ਜਿਹੜੀ ਹੈਗੀ ਆ ਉਹਦਾ ਜਿਹੜਾ ਪ੍ਰਕੋਪ ਹੈ ਉਹ ਨਿਕਲ ਕੇ ਇਹਦੇ ਥਰੂ ਸਾਹਮਣੇ ਆਇਆ ਔਰ ਆਪਾਂ ਦੇਖਦੇ ਹਾਂ ਕਿ ਉਹਦਾ ਇੰਪੈਕਟ ਜਿਹੜਾ ਹੈਗਾ, ਹਾਲਾਂਕਿ ਸਰਕਾਰ ਬਿਲਕੁਲ ਨਹੀਂ ਚਾਹੁੰਦੀ ਸੀ ਨੂਪੁਰ ਸ਼ਰਮਾ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਲੈਣਾ, ਈਵਨ FIR ਵਗੈਰਾ ਸਾਰਾ ਕੁਝ, ਔਰ ਹਜੇ ਤੱਕ ਵੀ ਕੋਈ ਗ੍ਰਿਫਤਾਰੀ ਨਹੀਂ ਹੈ, ਬਿਲਕੁਲ ਫ੍ਰੀ ਹੈ। ਲੇਕਿਨ ਜਿਸ ਵੇਲੇ ਇੰਟਰਨੈਸ਼ਨਲ ਪ੍ਰੈਸ਼ਰ ਪੈਂਦੇ ਆ, ਕਿਉਂਕਿ ਅਸੀਂ ਆਈਸੋਲੇਸ਼ਨ ਤਾਂ ਜੀ ਨਹੀਂ ਸਕਦੇ, ਕੰਟਰੀ ਆਈਸੋਲੇਸ਼ਨ 'ਚ ਨਹੀਂ ਜੀ ਸਕਦਾ, ਔਰ ਖਾਸ ਤੌਰ ਪਰ ਆਪਣੀ ਜਿਹੜੀ ਡਿਪੈਂਡੈਂਸ ਹੈ ਕਾਫੀ ਜ਼ਿਆਦਾ ਗਲਫ ਕੰਟਰੀਜ਼ ਦੇ ਉੱਪਰ ਹੈ, ਕਈ ਕਾਰਨਾਂ ਕਰਕੇ ਸਾਧ ਤੇ ਚੋਰ ਇਕੱਠੇ ਹੋਣਾ ਚਾਹ ਰਹੀ ਹੈ। ਉਹ ਸਰਕਾਰ ਦਾ ਕਹਿੰਦਾ ਵੀ ਇੰਟਰਨੈਸ਼ਨਲੀ ਸਾਧ ਹੋ ਜਾਈਏ। ਯੈਸ, ਮੈਂ ਉਹੀ ਕਹਿ ਰਿਹਾ, ਜੋ ਮਰਜ਼ੀ ਕਰੀ ਮੈਂ ਐਗਜ਼ੈਕਟਲੀ ਉਹੀ ਗੱਲ ਕਹਿ ਰਿਹਾ ਸੀਗਾ। ਇਹ ਉੱਥੇ ਤੁਸੀਂ ਕਹਿ ਰਹੇ ਹੋ ਵੀ ਨਹੀਂ ਜੀ, ਨਹੀਂ ਉਹ ਤਾਂ ਫਰਿੰਜ ਐਲੀਮੈਂਟ ਨੇ ਕੀਤਾ, ਉਹ ਖਾਸ ਗੱਲ ਨਹੀਂ ਹੈ, ਅਸੀਂ ਐਕਸ਼ਨ ਲੈ ਲਿਆ। ਅਸੀਂ ਉਹਨਾਂ ਨੂੰ ਵਿਚਾਰਿਆਂ ਨੂੰ ਇਹ ਨਹੀਂ ਪਤਾ ਹੈ ਵੀ ਤੁਸੀਂ ਸਪੋਕਸਪਰਸਨ ਤੋਂ ਜੇ ਤੁਸੀਂ ਉਹਨੂੰ ਕੱਢ ਵੀ ਦਿੱਤਾ ਉਹ ਕੋਈ ਐਕਸ਼ਨ ਨਹੀਂ ਹੈ, ਐਕਸ਼ਨਸ ਕੁਝ ਹੋਰ ਹੈ। ਇੱਥੇ ਫਰਿੰਜ ਐਲੀਮੈਂਟ ਤਾਂ ਮੁਹੰਮਦ ਜ਼ੁਬੈਰ ਹੀ ਹੋਣਗੇ, ਟੀਚਾ ਸੀਤਲਵੜ ਹੋਣਗੇ, ਫਰਿੰਜ ਐਲੀਮੈਂਟ ਜਿਹੜੇ ਫਰਜ਼ੀ ਜੇਲ੍ਹਾਂ 'ਚ ਪਾਏ ਜਾ ਰਹੇ ਨੇ। ਸਾਨੂੰ ਇੱਥੇ ਪਤਾ ਲੱਗ ਗਿਆ ਹੈਗਾ, ਪਹਿਲਾਂ ਵੀ ਪਤਾ ਸੀਗਾ ਕਿ ਫਰਿੰਜ ਐਲੀਮੈਂਟ ਹੀ ਅਸਲ ਕੋਰ ਹੈ। ਉਹ ਕੋਰ ਜਿਹੜਾ ਹੈਗਾ ਉਹ ਸੈਪਰੇਟ ਨਹੀਂ ਹੈ। ਫਰਿੰਜ ਹੀ ਅਗਰ ਤੁਸੀਂ ਫਰਿੰਜ ਨੂੰ ਕਹੋ ਵੀ ਨਹੀਂ ਜੀ ਇਹ ਤਾਂ ਪੈਰੀਫਰੀ ਤੇ ਬੈਠੇ ਆ, ਇਹ ਤਾਂ ਦੂਰ ਹੈ, ਨਹੀਂ, ਉਹੀ ਅਸਲ ਹੈਗਾ। ਉਹ ਰਿਫਲੈਕਸ਼ਨ ਕਰਦਾ ਹੈ ਉਹ ਸਾਰੀ ਆਈਡੀਓਲੋਜੀ ਦੀ, ਉਹ ਸਾਰੀ ਡਿਵਿਸਿਵ ਪੋਲਿਟਿਕਸ ਦੀ, ਜਿਹਦੇ ਉੱਪਰ ਪਿਛਲੇ 8 ਸਾਲ ਤੋਂ ਇੱਕ ਏਜੰਡਾ ਚੱਲ ਰਿਹਾ ਹੈ, ਮੀਡੀਆ ਦੇ ਥਰੂ ਵੀ ਚੱਲ ਰਿਹਾ ਹੈ ਔਰ ਜਿਹੜੀ ਬਿਆਨਬਾਜ਼ੀ ਆ ਉਹਦੇ ਥਰੂ ਵੀ ਚੱਲ ਰਿਹਾ ਹੈ। ਔਰ ਤੁਸੀਂ ਲੋਕਾਂ ਦੇ ਫਰਿੱਜਾਂ ਦੇ ਵਿੱਚ ਵੜ ਕੇ ਜਿਸ ਵੇਲੇ ਚੈੱਕ ਕਰਦੇ ਹੋ ਕਿ ਤੁਸੀਂ ਇਹ ਲੋਕਾਂ ਨੂੰ ਸਮਝਾ ਦਿਓ ਤੁਸੀਂ, ਜਿਸ ਵੇਲੇ ਤੁਸੀਂ ਜਿਹੜੀ ਤੁਸੀਂ ਗੱਲ ਕੀਤੀ ਕਿ ਫਰਿੰਜ ਹੈ ਤੇ ਫਰਿੰਜ ਜਿਹੜਾ ਕੋਰ ਹੈ, ਇਹ ਇਹੋ ਜੀ ਸਾਨੂੰ ਸਿਆਸਤ ਅੰਗਰੇਜ਼ੀ ਵੀ ਪੜ੍ਹਾ ਰਹੀ ਹੈ। ਫਰਿੰਜ ਹੁੰਦਾ ਹੈ ਪਿੰਡ ਦਾ ਉਹ ਵੈਲੀ ਵਿਗੜਿਆ ਤਿਗੜਿਆ ਡਾਂਗ ਨਾਲ ਗੱਲ ਕਰਨ ਵਾਲਾ ਬਦਮਾਸ਼ ਨੂਮਾ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅਸਲ ਵਿੱਚ ਉਹ ਸਰਪੰਚ ਸਾਹਿਬ ਆਪ ਹੀ ਨੇ। ਬਿਲਕੁਲ, ਉਹ ਆਪ ਹੀ ਸਰਪੰਚ ਸਾਹਿਬ ਨੇ, ਆਪ ਹੀ ਹੈ। ਔਰ ਉਹਦੇ ਵਿੱਚ ਆਪਾਂ ਸਿਰਫ ਨੂਪੁਰ ਸ਼ਰਮਾ ਦੀ ਨਹੀਂ ਗੱਲ ਕਰਦੇ, ਬਲਕਿ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ, ਔਰ ਇਹਦੋਂ ਵੀ ਖਤਰਨਾਕ ਬਿਆਨਬਾਜ਼ੀਆਂ ਆਈਆਂ ਜਿਸ ਵੇਲੇ ਤੁਸੀਂ ਓਪਨਲੀ ਧਰਮ ਸੰਸਦ ਕਰਕੇ ਉੱਥੇ ਤੁਸੀਂ ਕਹਿੰਦੇ ਹੋ ਜੀ ਇਹਨਾਂ ਨੂੰ ਵੱਢ ਦਿਓ, ਫਲਾਣੇ ਧਰਮ ਦੇ ਲੋਕਾਂ ਦਾ ਨਰਸੰਹਾਰ ਕਰਨਾ ਚਾਹੀਦਾ, ਇਹ ਕਰ ਦਿਓ। ਜਿਸ ਵੇਲੇ ਤੁਸੀਂ ਨੱਥੂ ਰਾਮ ਗੋਡਸੇ ਦੇ ਬਰਥਡੇ ਤੇ ਤੁਸੀਂ ਗਾਂਧੀ ਨੂੰ ਗੋਲੀ ਮਾਰਨ ਦਾ ਉਹ ਕਰਦੇ ਹੋ, ਗੋਲੀ ਮਾਰਦੇ ਹੋ ਗਾਂਧੀ ਦੇ ਪੁੱਤਰੇ ਨੂੰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹੀ ਇਕੋਸਿਸਟਮ ਹੈ। ਉਹ ਇਕੋਸਿਸਟਮ ਜਿਹੜਾ ਹੈਗਾ। ਔਰ ਮੈਂ ਇੱਕ ਲਾਸਟ ਗੱਲ ਕਹਾਂਗਾ, ਚੀਫ ਜਸਟਿਸ ਆਫ ਇੰਡੀਆ ਨੇ ਅੱਜ ਇਹ ਗੱਲ ਕਹੀ ਹੈ ਕਿ ਜੁਡੀਸ਼ਰੀ ਜਿਹੜੀ ਹੈਗੀ ਹੈ ਡਿਵਿਸਿਵਨੈਸ ਨੂੰ ਚੁੱਪ ਕਰਕੇ ਦੇਖ ਨਹੀਂ ਸਕਦੀ। ਇਸ ਕਰਕੇ ਕਿਉਂਕਿ ਪਿਛਲੇ 2 ਦਿਨਾਂ ਤੋਂ ਜਿਹੜੀਆਂ ਆਬਜ਼ਰਵੇਸ਼ਨਸ ਆਈਆਂ ਸੁਪਰੀਮ ਕੋਰਟ ਦੀਆਂ, ਉਹ ਜਿਸ ਤਰੀਕੇ ਦੇ ਨਾਲ ਉਹ ਆਬਜ਼ਰਵੇਸ਼ਨ ਅੰਡਰ ਅਟੈਕ ਆਈਆਂ, ਯਾਨੀ ਜੇ ਤੁਸੀਂ ਬਾਬਰੀ ਮਸਜਿਦ ਜਿਹੜੀ ਹੈਗੀ ਹੈ ਉੱਥੇ ਫੈਸਲਾ ਕਰਤਾ ਕਿ ਤੁਸੀਂ ਜੀ 5 ਕਿਲੋਮੀਟਰ ਤੇ ਬਣਾ ਲਿਓ, ਇਹ ਸਾਰਾ ਇਹਦਾ ਹੈ, ਉੱਥੇ ਸੁਪਰੀਮ ਕੋਰਟ ਬਹੁਤ ਅੱਛਾ ਹੈ, ਤੁਸੀਂ ਕਹਿ ਰਹੇ ਹੋ ਬਹੁਤ ਅੱਛੀ ਹੈ, ਚੀਫ ਜਸਟਿਸ ਨੇ ਕਿਹਾ, ਪਰ ਯੈਸ ਮੈਂ ਹੁਣ ਦਿਲ ਨਹੀਂ ਤੋੜਨਾ ਚਾਹੁੰਦਾ ਕਹਿ ਕੇ ਕਿ ਹੋਣ ਵਾਲੇ ਨੇ ਰਿਟਾਇਰ, ਕੋਈ ਗੱਲ ਨਹੀਂ, ਅਗਲੇ ਆਉਣ ਵਾਲਿਆਂ ਦਾ ਵੀ ਹਾਲ ਦੇਖਣਾ। ਪਰ ਮੈਂ ਅਗਲੇ ਸੈਗਮੈਂਟ ਵਿੱਚ ਇਹ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਜਿਸ ਵੇਲੇ ਵਿਰੋਧ ਵੀ ਹੁੰਦਾ, ਪਹਿਲੀ ਗੱਲ ਤੇ ਵਿਰੋਧ ਹੋ ਕਿੱਥੋਂ ਰਿਹਾ, ਆਪੋਜੀਸ਼ਨ ਪਾਰਟੀਆਂ ਕੀ ਕਰ ਰਹੀਆਂ ਨੇ, ਤੇ ਇੱਕ ਇਹੋ ਜਿਹੀ ਗੇਮ ਬਣ ਗਈ ਹੈ ਜਿਹਦੇ ਵਿੱਚ ਵਿਰੋਧ ਵੀ ਘੱਟ ਗਿਣਤੀਆਂ ਨੂੰ ਹੀ ਭਾਰੀ ਪੈ ਰਿਹਾ, ਜਾਂ ਪੜਚੋਲੀਆ ਪੱਤਰਕਾਰਾਂ ਨੂੰ, ਖੋਜੀ ਪੱਤਰਕਾਰਾਂ ਨੂੰ ਭਾਰੀ ਪੈ ਰਿਹਾ, ਜਾਂ ਹਿਊਮਨ ਰਾਈਟਸ ਦੇ ਕਾਰਕੁਨਾਂ ਨੂੰ ਭਾਰੀ ਪੈ ਰਿਹਾ।
ਇਹ ਕਿਵੇਂ ਹੋ ਜਾਂਦਾ ਕਿ ਇਹਨੇ ਕੱਟਣਾ ਹੀ ਕੱਟਣਾ ਹੈ ਕਿ ਛੁਰੀ ਨਾਲ ਖਰਬੂਜ਼ਾ ਕੱਟੀਏ, ਨਹੀਂ ਤਾਂ ਖਰਬੂਜ਼ਾ ਆ ਕੇ ਛੁਰੀ ਤੇ ਗਿਰੇਗਾ, ਕਟਿਆ ਖਰਬੂਜ਼ਾ ਹੀ ਜਾ ਰਿਹਾ। ਵਿਲ ਟਾਕ ਮੋਰ ਅਬਾਊਟ ਦਿਸ ਆਫਟਰ ਦਿਸ ਬ੍ਰੇਕ। ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਜਿਸ ਕਿਸਮ ਦਾ ਫਿਰਕੂ ਸਿਆਸਤ ਵਾਲਾ ਮਾਹੌਲ ਪੂਰੇ ਦੇਸ਼ ਦੇ ਵਿੱਚ ਦਿਖਾਈ ਦੇ ਰਿਹਾ ਹੈ ਤੇ ਪੰਜਾਬ ਤੋਂ ਬੈਠ ਕੇ ਇਸ ਸਾਰੇ ਨੂੰ ਕਿਵੇਂ ਸਮਝਿਆ ਜਾਵੇ, ਪੜਿਆ ਜਾਵੇ, ਨੈਸ਼ਨਲ ਸੀਨ ਨੂੰ ਵੀ ਤੇ ਪੰਜਾਬ ਦੀ ਪ੍ਰਿਜ਼ਮ ਦੇ ਵਿੱਚੋਂ ਵੀ। ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਹਮੀਰ ਸਿੰਘ ਜੀ, ਸੀਨੀਅਰ ਪੱਤਰਕਾਰ, ਅਤੇ ਪ੍ਰੋਫੈਸਰ ਮੁਹੰਮਦ ਖਾਲਿਦ ਜੀ, ਪੋਲੀਟੀਕਲ ਸਾਇੰਟਿਸਟ। ਹਮੀਰ ਸਿੰਘ ਜੀ, ਇਹ ਜਿਸ ਵੇਲੇ ਘਟਨਾਵਾਂ ਦਾ ਦੌਰ ਹੁੰਦਾ ਤਾਂ ਇੱਕ ਨੈਸੈਸਰਲੀ ਇੱਕ ਤਾਂ ਲਿਪ ਸਰਵਿਸ ਹੁੰਦੀ ਹੈ ਕਿ ਤੁਸੀਂ ਆਪੋਜੀਸ਼ਨ ਕਰਨੀ ਹੈ, ਵਿਰੋਧ ਕਰਨਾ ਹੈ, ਉਸ ਕਿਸਮ ਦੀ ਲਿਪ ਸਰਵਿਸ, ਉਸ ਕਿਸਮ ਦੇ ਟਵੀਟ ਤਾਂ ਆ ਜਾਂਦੇ ਨੇ। ਵੱਡੇ ਲੈਵਲ ਦੇ ਉੱਤੇ ਕੋਈ ਸਿਆਸੀ ਗਤੀਵਿਧੀ ਦੇਸ਼ ਦੀਆਂ ਰਾਸ਼ਟਰੀ ਵਿਰੋਧੀ ਸਿਆਸੀ ਪਾਰਟੀਆਂ ਤੋਂ ਵੀ ਦਿਖਾਈ ਨਹੀਂ ਦਿੰਦੀ। ਸੈਕੰਡ ਦੀ, ਜਿਸ ਵੇਲੇ ਜਿਹੜੀ ਲਿਬਰਲ ਧਿਰ ਦੇ ਲੋਕ ਨੇ, ਜਿਹੜੇ ਐਕਟਿਵਿਸਟ ਨੇ, ਉਹ ਜਿਸ ਵੇਲੇ ਆਉਂਦੇ ਨੇ ਆਪਣੇ ਐਕਟਿਵਿਸਟ ਮੋਡ ਦੇ ਵਿੱਚ, ਤਾਂ ਇਹ ਸਭ ਉਹਨਾਂ ਨੂੰ ਵੀ ਫਿਰ ਭਾਰੀ ਪੈਂਦਾ, ਕੀਮਤ ਉਹਨਾਂ ਨੂੰ ਅਦਾ ਕਰਨੀ ਪੈ ਰਹੀ ਹੈ। ਕਹਿੰਦੀ ਕੁਛ ਨੂਪੁਰ ਸ਼ਰਮਾ, ਜੇਲ੍ਹ ਦੇ ਵਿੱਚ ਮੁਹੰਮਦ ਜ਼ੁਬੈਰ ਚਲਾ ਜਾਂਦਾ, ਜਾਂ ਕੋਈ ਕਨਹਈਆ ਲਾਲ ਤੇਲੀ ਵਰਗਾ ਗਰੀਬ ਦਰਜੀ ਮਾਰਿਆ ਜਾਂਦਾ, ਜਾਂ ਲੋਕਾਂ ਦੇ ਮਨ ਨਫ਼ਰਤਾਂ ਨਾਲ ਭਰੇ ਜਾਂਦੇ ਨੇ। ਕੋਈ ਵੀ ਐਕਸ਼ਨ ਹੁੰਦਾ ਤਾਂ ਉਹਦੇ ਇਵਜ਼ਾਨੇ ਦੇ ਵਿੱਚ ਇਹ ਨਹੀਂ ਹੈ ਕਿ ਗਲਤੀ ਕਰਨ ਵਾਲਿਆਂ ਨੂੰ, ਕੁਫਰ ਬੋਲਣ ਵਾਲਿਆਂ ਨੂੰ ਕੋਈ ਡਰ ਹੋਵੇ, ਬਲਕਿ ਡਰ ਦੂਸਰਿਆਂ ਨੂੰ ਪੈਦਾ ਹੋ ਜਾਂਦਾ ਕਿ ਤੁਸੀਂ ਅੱਜ ਪ੍ਰੋਟੈਸਟ ਕਰਨ ਗਏ ਤਾਂ ਸ਼ਾਮ ਨੂੰ ਹੁਕੂਮਤ ਤੁਹਾਡਾ ਘਰ ਬੁਲਡੋਜ਼ਰ ਲੈ ਕੇ ਆ ਜਾਂਦੀ ਹੈ ਕਿ ਤੁਹਾਡਾ ਘਰ ਢਾਇਆ ਜਾਏਗਾ। ਹੁਣ ਇਹਨੂੰ ਕਿਸ ਤਰੀਕੇ ਨਾਲ ਡੀਲ ਕੀਤਾ ਜਾਵੇ ਸਿਚੁਏਸ਼ਨ ਨੂੰ ਕਿ ਇੱਕ ਤਾਂ ਕੋਈ ਪਹਿਲਾਂ ਇੱਕ ਧਰਮ ਦੇ ਉੱਤੇ ਅਟੈਕ ਕਰੇਗਾ ਤੇ ਫਿਰ ਜਿਹੜੇ ਵਿਰੋਧ ਕਰਨਗੇ ਅਟੈਕ ਦਾ ਉਹ ਫਿਰ ਵਿਕਟਮ ਬਣਨਗੇ, ਫਿਰ ਪੀੜਤ ਹੋ ਜਾਣਗੇ। ਅਸੀਂ ਪੀੜਤਾਂ ਦੀ ਹੀ ਇੱਕ ਲਿਸਟ ਬਣ ਰਹੇ ਹਾਂ। ਸੋ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਕਿ ਜਾਂ ਉਹ ਛੁਰੀ ਨਾਲ ਖਰਬੂਜ਼ਾ ਕੱਟਦੇ ਨੇ ਜਾਂ ਖਰਬੂਜ਼ਾ ਛੁਰੀ ਤੇ ਸੁੱਟ ਦਿੰਦੇ ਨੇ। ਨਹੀਂ, ਇਹੋ ਜਿਹੀ ਮਾਹੌਲ ਹੈ ਕੋਈ ਸਾਡੀ ਸੁਸਾਇਟੀ 'ਚ, ਮੈਨੂੰ ਲੱਗਦਾ ਨਵਾਂ ਮਾਹੌਲ ਉਹ ਪੁਰਾਣੇ ਮਾਹੌਲ ਦੀ ਇੱਕ ਕੰਟੀਨਿਊਟੀ ਹੈ। ਸਪੋਜ਼ ਕਰੋ ਸਾਡੇ ਕੀ ਹੁੰਦਾ, ਬਹੁਤੀ ਵਾਰ ਪਿੰਡਾਂ 'ਚ ਸ਼ਹਿਰਾਂ 'ਚ ਕੁੜੀਆਂ ਨਾਲ ਰੇਪ ਕੇਸ ਹੁੰਦਾ ਸੀ। ਉਹ ਕਹਿੰਦੇ ਤੇਰੀ ਬੇਇੱਜ਼ਤੀ ਹੋ ਜੂ, ਥਾਣੇ ਨਹੀਂ ਜਾਂਦੇ, ਤੈਨੂੰ ਨਹੀਂ ਪੁੱਛਣਾ। ਉਹਨੇ ਉਲਟਾ ਕਈ ਵਾਰ ਉਹ ਕਰਦੇ ਆ ਸੀ। ਔਰ ਜਦ ਜਿਹੋ ਜਿਹਾ ਕਚਹਿਰੀਆਂ 'ਚ ਉਹਦੇ ਨਾਲ ਹੁੰਦਾ, ਜਿਹੋ ਜਿਹੇ ਸਵਾਲ ਉਹਦੇ ਤੋਂ ਕੀਤੇ ਜਾਂਦੇ ਨੇ, ਉਹਦੇ ਤੋਂ ਵੀ ਉਹ ਡਰਦੇ ਨੇ। ਕਿਉਂਕਿ ਜਿਹੜੀ ਇੱਕ ਪੀੜਤ ਧਿਰ ਜਦੋਂ ਬੜੇ ਵੱਡੇ ਪੱਧਰ ਤੇ ਉਹ ਪੀੜਤ ਹੋ ਜਾਂਦੀ ਹੈ, ਇੱਕ ਮਾਸ ਲੈਵਲ ਤੇ ਪੀੜਤ ਹੋ ਜਾਂਦੀ ਹੈ, ਤਾਂ ਉਹਨੂੰ ਨਸੀਹਤਾਂ ਵੀ ਦੇਣੀਆਂ ਸ਼ੁਰੂ ਕਰ ਦਿੰਦੇ ਨੇ ਵੀ ਤੂੰ ਹੀ ਚੁੱਪ ਰਹਿ। ਸਪੋਜ਼ ਕਰੋ ਹੁਣ ਵੀ ਸਾਡਾ ਪੋਲੀਟੀਸ਼ੀਅਨ ਕੀ ਕਰ ਰਿਹਾ, ਸਾਡਾ ਪੋਲੀਟੀਸ਼ੀਅਨ ਓਵਰਆਲ ਇਹ ਕਰ ਰਿਹਾ, ਜਦੋਂ ਤੋਂ ਲੈ ਕੇ ਬੀਜੇਪੀ ਸੈਂਟਰਲ ਸੱਤਾ 'ਚ ਆਪ ਆਪਣੇ ਬਲਬੂਤੇ ਤੇ 2014 ਤੋਂ ਲੈ ਕੇ ਫਿਰ 2019 ਉਹਨਾਂ ਦੀਆਂ ਪਾਰਟੀਆਂ ਅੰਦਰ ਜਦੋਂ ਮੰਥਨ ਹੁੰਦਾ, ਪਾਰਟੀਆਂ ਅੰਦਰ ਸਟ੍ਰੈਟਜੀਕਲ, ਜਿਹਨੂੰ ਖਾਮੋਸ਼ੀ ਆਪਾਂ ਕਹਿੰਦੇ ਰਣਨੀਤਿਕ ਖਾਮੋਸ਼ੀ, ਇਹ ਸੋਚ ਸਮਝ ਕੇ ਵੀ ਆਪਾਂ ਚੁੱਪ ਰਹਿਣਾ, ਚੁੱਪ ਰਹਿਣ ਦਾ ਫੈਸਲਾ। ਮਤਲਬ ਇਹ ਹੈ ਕਿ ਮੈਜੋਰਿਟੀ ਦੀ ਵੋਟ ਨਾ ਟੁੱਟ ਜਾਏ ਨਾ, ਕਿ ਮੈਜੋਰਿਟੀ ਵੋਟ ਉਹਨੂੰ ਪਹਿਲਾਂ ਵੀ ਨਹੀਂ ਪਈ ਕਦੇ, ਫਿਰ ਉਹ ਚੁੱਪ ਰਹਿ ਕੇ ਜਾਂ ਤਾਂ ਦੇਖ ਲੈਂਦੇ, 5 ਸਾਲ ਦੇਖ ਲਿਆ, 6 ਸਾਲ ਦੇਖ ਲਿਆ, 3 ਇਲੈਕਸ਼ਨਾਂ ਦੇਖ ਲਈਆਂ, 4 ਦੇਖ ਲਈਆਂ, ਉਹਦੇ 'ਚ ਪੈਂਦੀ ਆ ਜਾਂ ਨਹੀਂ ਪੈਂਦੀ ਇਹ ਵੀ ਛੱਡੋ। ਕੀ ਕੋਈ ਵੈਲਿਊ ਬੇਸਡ ਸਿਸਟਮ ਵੀ ਹੁੰਦਾ, ਅਪਰੋਚ ਹੁੰਦੀ ਹੈ ਕਿ ਵੈਲਿਊ ਬੇਸਡ ਕੋਈ ਪੋਲੀਟਿਕਸ ਦਾ ਨਾਮ ਵੀ ਹੁੰਦਾ ਕਿ ਨਹੀਂ ਹੁੰਦਾ? ਉਹਦੇ 'ਚ ਫਿਰ ਉਹ ਕੀ ਕਰਦੇ ਨੇ? ਪਿਛਲੇ ਦਿਨਾਂ 'ਚ ਐਸੇ ਇਲੈਕਸ਼ਨ 'ਚ ਰੌਲਾ ਪਿਆ, ਹੁਣ ਦੋਨੋਂ ਪਾਰਲੀਮੈਂਟ ਸੀਟਾਂ ਰਾਮਪੁਰ ਤੇ ਆਜਮਗੜ੍ਹ ਹਾਰਨ ਤੋਂ ਬਾਅਦ ਸਮਾਜਵਾਦੀ ਪਾਰਟੀ 'ਚ ਦੁਬਾਰਾ ਆਏ। ਨਾਰਮਲੀ ਸੋਸ਼ਲਿਸਟ ਮੰਨੇ ਜਾਂਦੇ ਸੀ ਕਿ ਕਾਫੀ ਦਬੰਗ ਬੰਦੇ ਨੇ, ਕਦੀ ਸੋਚਦੇ ਸੀ ਆਜਮਗੜ੍ਹ ਤੋਂ ਭਾਜਪਾ ਦਾ ਕੈਂਡੀਡੇਟ ਜਿੱਤ ਜਾਏਗਾ। ਹਾਂ, ਤੇ ਉਹ ਚੀਜ਼ਾਂ ਇਹ ਹੋਣਗੀਆਂ। ਹੁਣ ਉਹਦੇ ਜਦੋਂ ਪੁੱਛਿਆ ਗਿਆ ਤੇ ਅੰਦਰੋਂ ਬੰਦੇ ਸਵਾਲ ਕਰਦੇ ਨੇ, ਉਹ ਕਹਿੰਦੇ ਨੇ ਆਪਣੀ ਫਲਾਨੀ ਮੀਟਿੰਗ 'ਚ ਚਰਚਾ ਹੋਈ ਸੀ, ਆਪਾਂ ਇਹ ਰਣਨੀਤਿਕ ਤੌਰ ਤੇ ਫੈਸਲਾ ਕੀਤਾ ਹੋਇਆ, ਆਪਾਂ ਨਹੀਂ ਬੋਲਣਾ। ਮਤਲਬ ਦੂਜਾ ਜੋ ਬੀਜੇਪੀ ਜਾਂ ਉਹ ਸਰਕਾਰ ਕਰ ਰਹੀ ਹੈ, ਇਹ ਵੀ ਪੋਲੀਟੀਕਲੀ ਪੇ ਤਾਂ ਨਹੀਂ ਕਰ ਰਿਹਾ, ਇਹ ਨਾ ਪੋਲੀਟੀਕਲੀ ਪੇ ਕਰ ਰਿਹਾ, ਬਲਕਿ ਪੋਲੀਟੀਕਲ ਤੋਂ ਜ਼ਿਆਦਾ ਚਿੰਤਾ ਸਮਾਜ ਸੋਸਾਇਟੀ ਦੀ ਹੁੰਦੀ ਹੈ। ਜੇ ਸੋਸਾਇਟੀ ਆਈਡੀਓਲੋਜੀਕਲੀ ਤੁਹਾਨੂੰ ਵੀਕ ਕਰੀ ਜਾ ਰਿਹਾ, ਹਾਂ, ਆਈਡੀਓਲੋਜੀਕਲੀ ਤੁਹਾਨੂੰ ਵੀਕ ਕਰੀ ਜਾ ਰਿਹਾ। ਹੁਣ ਤੁਸੀਂ ਮਹਾਰਾਸ਼ਟਰ ਦਾ ਖੇਡ ਦੇਖੋ, ਮਹਾਰਾਸ਼ਟਰ ਦੇ ਵਿੱਚ ਜਦੋਂ ਜਾਂਦਾ ਜਾਂਦਾ ਉਧਵ ਠਾਕਰੇ 2 ਸ਼ਹਿਰਾਂ ਦੇ ਨਾਮ ਬਦਲ ਕੇ ਜਾਂਦੇ ਲਾਸਟ ਕੈਬਨਿਟ ਦੇ ਵਿੱਚ, ਔਰੰਗਾਬਾਦ ਦਾ ਨਾਮ, ਔਰੰਗਾਬਾਦ। ਤੇ ਉਦੋਂ ਬਾਅਦ ਉਹ ਕੀ ਕਹਿੰਦਾ ਆ ਕੇ ਸਪੋਕਸਪਰਸਨ ਬੀਜੇਪੀ ਦਾ, ਉਹ ਇਹ ਕਹਿੰਦਾ ਵੀ ਅਸੀਂ ਆਈਡੀਓਲੋਜੀਕਲੀ ਤਾਂ ਜਿੱਤ ਹੀ ਗਏ ਨਾ, ਚਾਹੇ ਉਹ ਕਰ ਰਿਹਾ। ਮਤਲਬ ਉਹ ਤਾਂ ਸਾਡੇ ਹੀ ਖੇਮੇ 'ਚ ਨੇ ਸਾਰੇ, ਸਾਡੀ ਜਿਹੜੀ ਆਈਡੀਓਲੋਜੀ ਹੈ ਉਹਦੇ ਦਾਇਰੇ 'ਚ ਮੈਨੂੰ ਇਹ ਲੱਗਦਾ ਕਿ ਆਈਡੀਓਲੋਜੀਕਲੀ ਹੁਣ ਇੱਕ ਵੱਡਾ ਦਾਇਰਾ ਖਿੱਚਤਾ ਬੀਜੇਪੀ ਨੇ ਹਿੰਦੂਤਵ ਦਾ, ਔਰ ਇੱਕ ਉਹਦੇ 'ਚ ਫਿਰ ਡਰ ਵੀ ਹੈ ਸਹਿਮ ਦੂਜੇ ਦੀ ਵੋਟ ਟੁੱਟਣ ਦਾ। ਉਸ ਡਰ ਤੇ ਸਹਿਮ ਦੇ ਮਾਮਲੇ 'ਚ ਵੋਟ ਟੁੱਟਣ ਦੇ ਵਿੱਚ ਲੀਡਰਸ਼ਿਪ ਅੱਗੇ ਆਉਣ ਦੀ ਨਾ ਹਿੰਮਤ ਕਰ ਰਹੀ ਹੈ ਤੇ ਨਾ ਕੋਈ ਯੂਨਾਈਟਿਡ ਇਹੋ ਜਿਹਾ ਫਰੰਟ ਬਣਦਾ ਨਜ਼ਰ ਆ ਰਿਹਾ, ਨਾ ਕੋਈ ਕੱਲੀ। ਹਾਂ, ਟਵੀਟ ਜਿਵੇਂ ਰਾਹੁਲ ਗਾਂਧੀ ਨੇ ਗੱਲ ਕਰਤੀ, ਕਈ ਵਾਰ ਉਹ ਕਹਿੰਦਾ ਕਿ ਵੰਡ ਪਾਊਗਾ ਫਲਾਨਾ, ਉਹਦੀ ਪਾਰਟੀ ਦਿਖਾਈ ਨਹੀਂ ਦਿੰਦੀ। ਰਾਹੁਲ ਗਾਂਧੀ ਦੇ ਟਵਿੱਟਰ ਤੱਕ ਸਾਰੀ ਸਿਆਸਤ ਦੀ ਆਈਡੀਓਲੋਜੀਕਲ ਸਿਆਸਤ ਉੱਥੇ ਤੱਕ ਸੀਮਤ ਹੋਈ ਹੈ। ਸਿਆਸਤ ਤਾਂ ਹਮੇਸ਼ਾ ਗਰਾਊਂਡ ਤੇ ਆਉਂਦੀ ਹੈ, ਜਦੋਂ ਕੋਈ ਵੱਡੇ ਮਾਮਲੇ ਆਉਂਦੇ ਨੇ ਤੇ ਉਹ ਗਰਾਊਂਡ ਦੀ ਸਿਆਸਤ ਜਿਹੜੀ ਹੈ ਉਸ ਪੱਧਰ ਦੇ ਉੱਤੇ ਲਗਾਤਾਰ ਗਾਇਬ ਹੈ। ਜਿਹੜੀ ਸੜਕ ਤੇ ਬੰਦਾ ਲੀਡਰ ਖੜਾ ਹੋਵੇ, ਲੀਡਰ ਦੇ ਮਗਰ ਹਜ਼ਾਰਾਂ ਬੰਦਾ, ਕਰੋੜਾਂ, ਔਰ ਉਸ ਕਮਿਊਨਿਟੀ 'ਚੋਂ ਵੀ ਆ ਜਾਂਦੇ ਨੇ। ਕੋਈ ਐ ਥੋੜੀ ਹੈ ਕਿ ਉਸ ਏਜੰਡੇ ਨਾਲ ਜਿਹੜੀ ਬੀਜੇਪੀ ਦੇ ਨਾਲ ਹਿੰਦੂ ਸਾਰੇ ਸਹਿਮਤ ਹੋ ਗਏ ਜਾਂ ਬਾਕੀ ਹੋ ਗਏ, ਜਦ ਤੁਸੀਂ ਖੜੋਗੇ ਤਾਂ ਆਉਣਗੇ। ਖਾਲਿਦ ਸਾਹਿਬ, ਆਈ ਹੈਵ ਅ ਡਿਫਰੈਂਟ ਕੁਐਸਚਨ ਫॉर ਯੂ। ਇਹ ਜਿਸ ਵੇਲੇ ਅਸੀਂ ਅਪੋਜ਼ ਕਰਦੇ ਆ,
ਕਿ ਦਰਅਸਲ ਅਸੀਂ ਵੀ ਉਸੇ ਸੰਕੀਰਨਤਾ ਦੇ ਵਿੱਚ ਖੂਹ ਦੇ ਵਿੱਚ ਨਹੀਂ ਡਿੱਗਦੇ ਜਿਸ ਵੇਲੇ ਅਸੀਂ ਕਹਿੰਦੇ ਹਾਂ ਕਿ ਜੋ ਨੂਪੁਰ ਸ਼ਰਮਾ ਨੇ ਕਿਹਾ ਇਹ ਤਾਂ ਇੰਨਾ ਖਤਰਨਾਕ ਹੈ, ਇਸ ਨੂੰ ਇਮੀਡੀਏਟਲੀ ਫੜਨਾ ਚਾਹੀਦਾ, ਅਰੈਸਟ ਕਰਨਾ ਚਾਹੀਦਾ। ਉਹੀ ਲੋਕ ਜਿਹੜੇ ਕਦੀ 295 ਵਰਗੀਆਂ ਧਾਰਾਵਾਂ ਦਾ ਵਿਰੋਧ ਕਰਦੇ ਨੇ ਕਿ ਇਹ ਬੇਅਦਬੀ ਦੇ ਮੁੱਦੇ, ਇਸ ਤਰੀਕੇ ਦੇ ਨਾਲ ਬਲਾਸਫੇਮੀ ਦਾ ਮੁੱਦਾ, ਸੈਕਰੀਲੀਜ ਦਾ ਮੁੱਦਾ ਹੈ, ਦੇਸ਼ਾਂ ਨੇ ਇਹਦੀ ਬਹੁਤ ਕੀਮਤ ਚੁਕਾਈ ਹੈ। ਪਾਕਿਸਤਾਨ ਦੇ ਵਿੱਚ ਤੁਸੀਂ ਹਾਲ ਦੇਖੋ, ਇਹੀ 295 ਦੀ ਹਮਸ਼ੀਰਾ ਉੱਥੇ ਵੀ 295 ਹੀ ਹੈ, ਇਹਦੀ ਭੈਣ ਹੀ ਹੈ ਉੱਥੇ, ਸੇਮ IPC ਥੱਲੇ ਪਾਕਿਸਤਾਨ ਚੱਲਦਾ ਹੈ। ਤੇ ਉੱਥੇ ਇਹਦੇ ਕਰਕੇ ਸਿਵਾਏ ਜ਼ੁਲਮ ਕਰਨ ਤੋਂ ਜਾਂ ਕੁਰਾਨ ਦੀ ਬੇਅਦਬੀ ਦੇ ਨਾਮ ਦੇ ਉੱਤੇ ਕਿਸੇ ਨਾ ਕਿਸੇ ਨੂੰ ਭੀੜ ਮਾਰਦੀ ਰਹਿੰਦੀ ਹੈ। ਪਿੱਛੇ ਜੇ ਸ੍ਰੀਲੰਕਾ ਨੈਸ਼ਨਲ ਨੂੰ ਮਾਰਿਆ ਤੇ ਸਾਰੇ ਪਾਕਿਸਤਾਨ ਨੇ ਹਸ਼ਰ ਦੇਖਿਆ ਕੀ ਹੋਇਆ ਦੇਸ਼ ਦਾ ਦੁਨੀਆ ਭਰ ਦੇ ਵਿੱਚ। ਕੀ ਤੁਹਾਨੂੰ ਜਾਪਦਾ ਹੈ ਕਿ ਅਸੀਂ ਦਰਅਸਲ ਰਾਈਟ ਟੂ ਓਫੈਂਡ ਨੂੰ ਰਾਈਟ ਟੂ ਆਫ ਸਪੀਚ ਦਾ ਹਿੱਸਾ ਨਹੀਂ ਮੰਨਿਆ ਹੋਇਆ? ਕਿਸੇ ਨਾ ਕਿਸੇ ਦਾ ਦਿਲ ਤੇ ਦੁਖੇਗਾ ਜਦੋਂ ਕੋਈ ਕਿਸੇ ਧਰਮ ਬਾਰੇ ਗੱਲ ਕਰੇਗਾ ਤਾਂ ਇਹ ਗੱਲ ਕਰੇਗਾ, ਜੋ ਕੋਈ ਫੈਕਚੁਅਲੀ ਕਹਿ ਰਿਹਾ ਕਿ ਫਲਾਣੇ ਧਰਮ ਗ੍ਰੰਥ ਦੇ ਵਿੱਚ ਇਹ ਹੈ। ਕਿ ਜਦੋਂ ਅਸੀਂ ਨੂਪੁਰ ਸ਼ਰਮਾ ਦੇ ਖਿਲਾਫ ਐਕਸ਼ਨ ਦੀ ਡਿਮਾਂਡ ਕਰਦੇ ਹਾਂ ਤਾਂ ਮੇਰਾ ਆਪਣਾ ਦਾਇਰਾ ਕਿਸੇ ਵੀ ਧਰਮ ਬਾਰੇ, ਆਪਣੇ ਹੀ ਧਰਮ ਗ੍ਰੰਥਾਂ ਦੇ ਵਿੱਚ ਕਿਸੇ ਊਨਤਾਈ ਬਾਰੇ ਗੱਲ ਕਰਨ ਲਈ ਸੁੰਗੜ ਨਹੀਂ ਜਾਂਦਾ। ਤੇ ਇਹ ਫਿਰ ਸੋਸਾਇਟੀ ਤਾਂ ਹੋਰ ਵੱਧ ਤੋਂ ਵੱਧ ਜਿਹਨੂੰ ਕਹਿੰਦੇ ਨੇ ਸੈਂਸਿਟਿਵ ਹੁੰਦੀ ਰਹਿੰਦੀ ਹੈ ਤੇ ਇਹ ਦਾਇਰੇ ਸੁੰਗੜਦੇ ਰਹਿੰਦੇ ਨੇ। ਤੁਹਾਨੂੰ ਲੱਗਦਾ ਹੈ ਹੇਟ ਸਪੀਚ ਇੱਕ ਅਲੱਗ ਚੀਜ਼ ਸੀ ਤੇ ਲਿਬਰਲ ਡਾਇਲੌਗ ਦੀ ਸਪੇਸ ਇੱਕ ਅਲੱਗ ਚੀਜ਼ ਸੀ? ਅਸੀਂ ਲਿਬਰਲ ਧਿਰ ਨੇ ਵੀ ਦੋਵਾਂ ਨੂੰ ਰਲ ਗੱਡ ਕਰ ਲਿਆ। ਮੈਂ ਤੁਹਾਨੂੰ ਦੱਸਦਾ, ਇੱਕ ਹਦੀਸ ਹੈ, ਪ੍ਰੋਫਿਟ ਮੁਹੰਮਦ ਦੇ ਉੱਪਰ ਇੱਕ ਲੇਡੀ ਰੋਜ਼ ਕੂੜਾ ਸਿੱਟ ਦਿੰਦੀ ਸੀ ਸਵੇਰੇ ਲੰਘਦੇ ਜੀ 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 ਔਰ ਇੱਕ ਦਿਨ ਉਹਨੇ ਕੂੜਾ ਨਹੀਂ ਸੁੱਟਿਆ ਓ ਵਾਹ, ਤਾਂ ਉਹ ਪੁੱਛਣ ਚਲੇ ਗਏ ਵੀ ਤਬੀਅਤ ਹਾਲ ਪੁੱਛਣ ਗਏ ਵੀ ਉਹ ਠੀਕ ਹੈ ਲੇਡੀ, ਇਹ ਅੱਜ ਕੂੜਾ ਨਹੀਂ ਸੁੱਟਿਆ। ਦਿਸ ਇਜ਼ ਪ੍ਰੋਫਿਟ, ਦਿਸ ਇਜ਼ ਪ੍ਰੋਫਿਟ। ਅਸੀਂ ਇਹ ਬਚਪਨ ਤੋਂ ਸੁਣਦੇ ਆਏ ਹਾਂ। ਹੁਣ ਗੱਲ ਇਹ ਹੈਗੀ ਹੈ ਕਿ ਕਿਆ ਇੰਨਾ ਓਵਰ ਰਿਐਕਸ਼ਨ, ਉਹਨੇ ਗਲਤ ਕੀਤਾ, ਵੀ ਐਗਰੀ, ਲੇਕਿਨ ਅਸੀਂ ਜੱਜ ਜਾਂ ਕਾਜ਼ੀ ਨਹੀਂ ਬਣ ਬੈਠੇ। ਅਸੀਂ ਇਹ ਦੇਖਣਾ ਹੈ ਕਿ ਲਾਅ ਆਪਣਾ ਕੋਰਸ ਟੇਕ ਕਰਦਾ ਹੈ, ਨੰਬਰ 1। ਨੰਬਰ 2 ਇਹ ਨਹੀਂ ਹੈ ਕਿ ਤੁਸੀਂ ਕਿਸੇ ਦਾ ਵੀ ਦੇਖੋ ਤੇ ਗਲਾ ਵੱਢ ਦਿਓ। ਇਸ ਤਰ੍ਹਾਂ ਤਾਂ ਸੋਸਾਇਟੀ ਨਹੀਂ ਚੱਲ ਸਕਦੀ, ਕੋਈ ਵੀ ਸੋਸਾਇਟੀ ਨਹੀਂ ਚੱਲ ਸਕਦੀ, ਚਾਹੇ ਉਹ ਕਿਸੇ ਵੀ ਆਈਡੀਓਲੋਜੀ ਨਾਲ ਚੱਲੇ। ਇਸ ਕਰਕੇ ਮੈਨੂੰ ਇਦਾਂ ਲੱਗਦਾ ਹੈ ਕਿ ਆਪੋਜੀਸ਼ਨ ਕਰਨਾ ਠੀਕ ਹੈ, ਉਹਨੂੰ ਕੰਡੈਮ ਕਰਨਾ ਠੀਕ ਹੈ, ਲੇਕਿਨ ਅਗਰ ਤੁਸੀਂ ਕਹੋ ਕਿ ਸਰ ਤਨ ਸੇ ਜੁਦਾ ਕਰ ਦੋ, ਜਿਹੜਾ ਵੀ ਬੰਦਾ ਇਸ ਤਰ੍ਹਾਂ ਬੋਲੇਗਾ ਉਹ ਪ੍ਰੋਫਿਟ ਦੀ ਵਿਚਾਰਧਾਰਾ ਦੇ ਮੁਤਾਬਕ ਨਹੀਂ ਹੈ, ਇਸਲਾਮ ਦੀ ਵਿਚਾਰਧਾਰਾ ਦੇ ਮੁਤਾਬਕ ਨਹੀਂ ਹੈ। ਔਰ ਇਸਲਾਮ ਜਿਹੜਾ ਹੈਗਾ ਉਹ ਵੀ ਇੱਕ ਲਿਬਰਲ ਸਪੇਸ ਦਿੰਦਾ ਹੈ। ਇਹ ਨਹੀਂ ਹੈ ਕਿ ਉਹ ਕਹੇ ਕਿ ਜੀ ਤੁਸੀਂ ਇਹਦੇ ਲਈ ਗੱਲਬਾਤ ਕਿਵੇਂ ਸ਼ੁਰੂ ਕੀਤੀ ਜਾਵੇ? ਤਵਲੀਨ ਸਿੰਘ ਹੋਰਾਂ ਦਾ ਲੇਖ ਹੈ ਅੱਜ ਦੀ ਇੰਡੀਅਨ ਐਕਸਪ੍ਰੈਸ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮਦਰਸਿਆਂ ਦੇ ਵਿੱਚ ਇਹ ਸਭ ਸਿਖਾਇਆ ਜਾਂਦਾ ਹੈ, ਹਿੰਦੂਆਂ ਦੇ ਵਿੱਚ ਵੀ ਇਸ ਕਿਸਮ ਦੀਆਂ ਮਾੜੀਆਂ ਗੱਲਾਂ ਕਰਨ ਵਾਲੇ ਲੋਕ ਨੇ, ਪਰ ਆਈਡੀਓਲੋਜੀਕਲੀ ਉਸ ਕਿਸਮ ਨਾਲ ਨਹੀਂ ਹੈ ਜਿਸ ਕਿਸਮ ਦੇ ਨਾਲ ਪੋਲੀਟੀਕਲ ਇਸਲਾਮ ਵਿੱਚ ਨੇ। ਇੰਡੀਅਨ ਐਕਸਪ੍ਰੈਸ ਦੇ ਵਿੱਚ ਦਰਅਸਲ ਉਹਨਾਂ ਦੇ ਲੇਖ ਦੀ, ਸੰਡੇ ਦੇ ਲੇਖ ਦੀ ਹੈਡਲਾਈਨ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਇਸਲਾਮਿਜ਼ਮ ਦੀ ਕੋਈ ਜਗ੍ਹਾ ਨਹੀਂ ਹੈ। ਇਸੇ ਕਿਸਮ ਦੇ ਵਿਚਾਰ ਹੀ ਵੈਸੇ RSS ਦੇ ਵਿੱਚੋਂ ਵੀ ਆਏ ਨੇ। ਸੁਨੀਲ ਅੰਬੇਕਰ ਨੇ ਵੀ ਇਹੀ ਕਿਹਾ ਕਿ ਇਹ ਰਿਐਕਸ਼ਨ ਨਹੀਂ ਹੈ ਨੂਪੁਰ ਸ਼ਰਮਾ ਦਾ, ਇਹ ਇੱਕ ਮਾਈਂਡਸੈਟ ਦੇ ਵਿੱਚੋਂ ਜਾ ਕੇ ਕਨਈਆ ਲਾਲ ਦਾ ਕਤਲ ਹੋਇਆ। ਮੈਂ ਸਪੀਚ ਸੁਣੀ ਹੈ। ਦੇਖੋ ਇਦਾਂ ਹੈਗਾ ਕਿ ਮਦਰਸੇ ਦੇ ਉੱਪਰ ਜਿਹੜਾ ਅਟੈਕ ਹੈ ਨਾ, ਉਹ ਅਸਲ ਸ਼ੁਰੂ ਹੋਇਆ ਜਿਸ ਵੇਲੇ ਤਾਲਿਬਾਨ ਇਹ ਸਾਰਾ ਕੁਝ ਹੋਇਆ ਅਫਗਾਨਿਸਤਾਨ ਵਿੱਚ। ਉਹਨਾਂ ਨੇ ਮਦਰਸੇ ਕਾਇਮ ਕੀਤੇ, ਉਹਨਾਂ ਨੂੰ ਟ੍ਰੇਨਿੰਗ ਕੀਤੀ, ਉਹ ਸਾਰਾ ਕੁਝ ਹੈ। ਇੰਡੀਅਨ ਮਦਰਸਾ ਡਿਫਰੈਂਟ ਹੈ। ਇੱਥੇ 2 ਸਕੂਲ ਆਫ ਥਾਟ ਹੈ, ਬਰੇਲਵੀ ਸਕੂਲ ਹੈ, ਦਿਓਬੰਦੀ ਸਕੂਲ ਹੈ। ਔਰ ਬਰੇਲਵੀ ਦਿਓਬੰਦੀ ਸਕੂਲ ਦੇ ਮਦਰਸੇ, ਅਸੀਂ ਮਦਰਸੇ ਜਾਂਦੇ ਵੀ ਰਹਿੰਦੇ ਆ, ਉੱਥੇ ਮਾਡਰਨਾਈਜੇਸ਼ਨ ਵੀ ਹੋ ਰਹੀ ਹੈ। ਅਗਰ ਇਹ ਕਹੀਏ ਕਿ ਸਾਰੇ ਮਦਰਸਿਆਂ ਦੇ ਵਿੱਚ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ, ਆਈ ਡੋਂਟ ਐਗਰੀ ਵਿਦ ਲਿਬਰਲ ਨੇ ਤਵਲੀਨ ਸਿੰਘ ਵਰਗੇ ਉਹ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ। ਮੈਂ ਉਸ ਚੀਜ਼ ਨੂੰ ਐਗਰੀ ਨਹੀਂ ਕਰਦਾ ਕਿ ਮਦਰਸਿਆਂ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਹੈ। ਈਵਨ ਉਹ ਇੱਕ ਗਵਰਨਰ ਹੈਗਾ ਕੋਈ ਕੇਰਲਾ ਦੇ, ਮੇਰਾ ਖਿਆਲ ਆਰਿਫ ਮੁਹੰਮਦ ਖਾਨ, ਉਹਨਾਂ ਨੇ ਵੀ ਗੱਲ ਕਹੀ ਮਦਰਸਿਆਂ ਦੇ ਵਿੱਚ ਇਹ ਸਿਖਾਇਆ ਜਾਂਦਾ ਹੈ। ਤੁਸੀਂ ਮਦਰਸਾ ਐਜੂਕੇਸ਼ਨ ਨੂੰ ਜਾ ਕੇ ਦੇਖੋ ਤਾਂ ਅਸੀਂ ਉਹਦੇ ਵਿੱਚ ਹੈ ਕਿਆ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਐਕਸਟ੍ਰੀਮਿਜ਼ਮ ਜਿਹੜੀ ਹੈਗੀ ਦੋਨਾਂ ਪਾਸੇ ਹੈ, ਲੇਕਿਨ ਐਕਸਟ੍ਰੀਮਿਜ਼ਮ ਬੜੀ ਪਿੱਛੋਂ ਤੋਂ ਚਲਦੀ ਆ ਰਹੀ ਹੈ। ਖਾਲੀ ਉਹਨਾਂ ਕੋਲ ਨਾ ਕਹਿਣ ਨੂੰ ਬੜਾ ਕੁਝ, ਉਹ ਕਹਿੰਦੇ ਨੇ ਦੇਖੋ ਰੰਗੀਲਾ ਰਸੂਲ ਵੇਲੇ ਕੀ ਹੋਇਆ, ਦੇਖੋ ਸੈਟਨਿਕ ਵਰਸਸ ਵੇਲੇ ਕੀ ਹੋਇਆ, ਦੇਖੋ ਚਾਰਲੀ ਹੈਬਡੋ ਵੇਲੇ ਕੀ ਹੋਇਆ, ਡੈਨਿਸ਼ ਕਾਰਟੂਨਸ ਵੇਲੇ ਕੀ ਹੋਇਆ। ਸੈਟਨਿਕ ਸਾਡੇ ਨਹੀਂ ਹੋਇਆ, ਸੈਟਨਿਕ ਵਰਸਸ ਜਿੱਥੇ ਹੋਇਆ ਉੱਥੇ ਇਸਲਾਮਿਕ ਸਰਕਾਰ ਹੈ, ਈਰਾਨ ਨੇ ਜਿਹੜਾ ਕੀਤਾ। ਇੱਥੇ ਵੀ ਤਾਂ ਰਜੀਵ ਵਰਗੇ ਭੱਜ ਦੌੜ ਕੇ ਬੈਨ ਲਗਾਉਣ ਲੱਗ ਪਏ ਸੀ। ਉਹਨਾਂ ਨੇ ਹੋਰ ਵੀ ਸਿਰਫ ਸੈਟਨਿਕ ਵਰਸਸ ਨਹੀਂ, ਹੋਰ ਵੀ ਬਹੁਤ ਕਿਤਾਬਾਂ ਬੈਨ ਹੋਈਆਂ, ਸਿਰਫ ਇਸਲਾਮ ਕਰਕੇ ਨਹੀਂ ਹੋਈਆਂ, ਹੋਰ ਵੀ ਕਈ ਵਜ੍ਹਾ ਕਰਕੇ ਕਈ ਕਿਤਾਬਾਂ ਬੈਨ ਹੋਈਆਂ ਇੰਡੀਆ ਦੇ ਵਿੱਚ। ਲੇਕਿਨ ਗੱਲ ਇਹ ਹੈਗੀ ਅੱਜ ਕੱਲ ਤਾਂ ਚਲੋ ਬੈਨ ਹੋ ਹੀ ਨਹੀਂ ਸਕਦਾ, ਹਰ ਚੀਜ਼ ਨੈਟ ਤੇ ਅਵੇਲੇਬਲ ਹੈ। ਲੇਕਿਨ ਮੈਂ ਇੱਕ ਗੱਲ ਕਹਿ ਰਿਹਾ, ਜਿਹੜੀ ਗੱਲ ਚੱਲ ਰਹੀ ਸੀਗੀ, ਇਸ ਤੋਂ ਇਲਾਵਾ ਦੇਖੋ ਇਦਾਂ ਹੈਗਾ, ਜਿਸ ਵੇਲੇ ਇਹ ਸਰਕਾਰ ਸੱਤਾ ਦੇ ਵਿੱਚ ਆਈ ਹੈ, ਸਭ ਤੋਂ ਪਹਿਲਾਂ ਇਹਨਾਂ ਨੇ ਗਲਾ ਘੁੱਟਿਆ NGOs ਦਾ।
ਐਨਜੀਓਜ਼ ਦੀ ਫੰਡਿੰਗ ਦਾ, ਤੁਸੀਂ ਐਮਨੈਸਟੀ ਇੰਟਰਨੈਸ਼ਨਲ ਦੀ ਜੀ, ਦੇਖ ਲਓ, ਇਹ ਜੀ, ਸਾਰਾ ਕੁਝ ਹੋਇਆ ਜੀ। ਤਾਂ ਕਿ ਜਿਹੜੀ ਆਕਾਰ ਆਵਾਜ਼- ਪਟੇਲ ਨੂੰ ਕੋਈ ਨਾ ਕੋਈ ਪ੍ਰੇਮ ਪੱਤਰ ਹਕੂਮਤ ਪਾਉਂਦੀ ਰਹਿੰਦੀ ਹੈ ਜੀ। ਜਿਹੜੀ ਸੋਸਾਇਟੀ ਹੈ, ਸੋਸਾਇਟੀ 'ਚ ਜਿਹੜੀ ਆਵਾਜ਼ ਉੱਠਦੀ ਹੈ ਉਹਨੂੰ ਬੰਦ ਕਰ ਦਿਓ, ਨੰਬਰ 1। ਦੂਸਰੀ ਜਿਹੜੀ ਪੋਲੀਟੀਕਲ ਪਾਰਟੀਜ਼ ਸੀਗੀਆਂ ਉਹਨਾਂ ਨੇ ਦੇਖਿਆ ਵੀ ਇਸ ਵੇਲੇ ਮੈਜੋਰਿਟੇਰੀਅਨ ਦਾ ਰਾਜ ਆ ਰਿਹਾ, ਉਹਨਾਂ ਨੇ ਆਪਣਾ ਗਲਾ ਆਪ ਘੁੱਟ ਲਿਆ। ਦੋ ਨਹੀਂ, ਦੋ ਤਰ੍ਹਾਂ ਦੀਆਂ ਚੀਜ਼ਾਂ। ਨੰਬਰ 1 ਉਹ ਕਹਿੰਦੇ ਹਿੰਦੂਤਵ ਕਰਦੇ ਆ, ਅਸੀਂ ਸੌਫਟ ਹਿੰਦੂਤਵ ਕਰ ਲਓ। ਅਗਰ ਇਹ 10 ਮੰਦਰਾਂ 'ਚ ਜਾਂਦੇ ਆ ਆਪਾਂ 2 'ਚ ਜਾਇਓ, ਉਹ ਕੰਪੀਟੀਸ਼ਨ ਸ਼ੁਰੂ ਹੋਇਆ। ਤੀਸਰੀ ਗੱਲ ਹੈਗੀ ਹੈ ਕਿ ਡਰ ਦਾ ਮਾਹੌਲ, ਈਡੀ ਦਾ ਮਾਹੌਲ, ਯੂਜ਼ ਆਫ ਸੈਂਟਰਲ ਫੋਰਸਸ, ਸੈਂਟਰਲ ਜਿਹੜੀਆਂ ਹੈਗੀਆਂ ਏਜੰਸੀਜ਼ ਹੈ ਹਰ ਜਗ੍ਹਾ ਹੋ ਰਹੇ, ਆਪਾਂ ਸਾਰਿਆਂ ਨੂੰ ਪਤਾ, ਉਹ ਸਾਰਾ ਕੁਝ ਹੈ। ਇੱਕ ਹੋਰ ਜਿਹੜੀ ਚੀਜ਼ ਐਡ ਕੀਤੀ ਗਈ ਉਹ ਇਹ ਹੈ ਕਿ ਜੋ ਅਸੀਂ ਕਹਿ ਰਹੇ ਹਾਂ ਸਿਰਫ ਉਹੀ ਨੈਸ਼ਨਲਿਸਟ ਹੈ, ਜੋ ਤੁਸੀਂ ਕਹਿ ਰਹੇ ਹੋ ਐਂਟੀ ਨੈਸ਼ਨਲ ਹੈ। ਉਹ ਚੀਜ਼ ਜਿਹੜੀ ਹੈਗੀ ਹੈ ਉਹਦੀ ਵਜ੍ਹਾ ਕਰਕੇ ਜੀ ਮੈਂ ਪ੍ਰਤਾਪ ਬਾਨੂ ਮਹਿਤਾ ਦਾ ਇਹ ਆਰਟੀਕਲ ਪੜ੍ਹ ਰਿਹਾ ਸੀ ਇੰਡੀਅਨ ਐਕਸਪ੍ਰੈਸ ਦੇ ਵਿੱਚ। ਉਹਨਾਂ ਨੇ ਲਿਖਿਆ ਕਿ ਦੇਖੋ ਜਿਹੜੀ ਚੰਗਾ ਕੋਈ ਲੋਕਤੰਤਰ ਹੁੰਦਾ ਉਹਦੇ 'ਚ ਗੱਲ ਕਰਨ ਦੀ ਆਜ਼ਾਦੀ ਹੁੰਦੀ ਹੈ, ਬੋਲਣ ਦੀ ਆਜ਼ਾਦੀ ਹੁੰਦੀ ਹੈ, ਜਿਹੜੀ ਜ਼ਾਹਿਰ ਹੈ ਜਿੰਨੀ ਮੈਨੂੰ ਹੈ ਉਨੀ ਨੂਪੁਰ ਸ਼ਰਮਾ ਹਰਾਂ ਨੂੰ ਵੀ ਹੋਣੀ ਹੀ ਚਾਹੀਦੀ ਹੈ। ਉਹਨਾਂ ਨੇ ਕਿਹਾ 3 ਚੀਜ਼ਾਂ ਹੁੰਦੀਆਂ ਨੇ, ਇੱਕ ਤਾਂ ਮੈਕਸਿਮਮ ਲੀਗਲ ਪ੍ਰੋਟੈਕਸ਼ਨ ਅਵੇਲੇਬਲ ਹੋਵੇ ਫ੍ਰੀ ਸਪੀਚ ਲਈ, ਦੂਸਰਾ ਪੋਲੀਟੀਕਲ ਕਲਚਰ ਇਦਾਂ ਦਾ ਹੋਵੇ ਜਿਹਦੇ 'ਚ ਕੰਪੀਟੀਟਿਵ ਜਿਹੜੀ ਕਮਿਊਨਲਿਜ਼ਮ ਹੈ ਉਹਦੀ ਜਗ੍ਹਾ ਨਾ ਹੋਵੇ, ਤੇ ਤੀਸਰਾ ਸੋਸ਼ਲ ਨੋਰਮਸ ਇਦਾਂ ਦੇ ਹੋਣ ਕਿ ਬੰਦੇ ਨੂੰ ਪਤਾ ਹੋਵੇ ਇਹ ਗੱਲ ਮੈਂ ਕਰ ਰਿਹਾ ਇਹ ਡੀਸੈਂਟ ਹੈ, ਮੈਂ ਜੇ ਨਬੀ ਦਾ ਨਾਮ ਲੈ ਰਿਹਾ ਤਾਂ ਕਿਸ ਇਹਤਰਾਮ ਦੇ ਨਾਲ ਲੈ ਰਿਹਾ, ਇਹ ਤਾਂ ਮੇਰੀ ਬਚਪਨ ਦੀ ਪਰਵਰਿਸ਼ ਦਾ ਹਿੱਸਾ ਹੁੰਦਾ ਹੈ, ਇਹ ਪੋਲੀਟੀਕਲ ਪਾਰਟੀਆਂ ਦੇ ਵਿੱਚ ਤਾਂ ਪਰਵਰਿਸ਼ ਦਾ ਹਿੱਸਾ ਹੁੰਦਾ ਹੈ। ਸਾਡੀ ਮੁਸ਼ਕਲ ਇੱਥੇ ਹੈ ਕਿ ਨਾ ਲੀਗਲ ਕਲਚਰ ਹੈ ਕਿਉਂਕਿ ਸਟੇਟ ਦਾ ਐਕਸ਼ਨ ਆਰਬਿਟਰੀ ਹੈ, ਪੋਲੀਟੀਕਲ ਕਲਚਰ ਨਹੀਂ ਹੈ ਕਿਉਂਕਿ ਧਰਮ ਦੇ ਪ੍ਰਤੀ ਭਾਵਨਾਵਾਂ ਭੜਕਾ ਕੇ ਵੋਟਾਂ ਮਿਲਦੀਆਂ ਨੇ, ਸੋਸ਼ਲ ਕਲਚਰ ਤਾਂ ਹੈ ਹੀ ਨਹੀਂ ਹੈ। ਅਸੀਂ ਤਾਂ ਕਾਊਂਟਰ ਬਲਾਸਫੇਮੀ ਚਾਹੁੰਦੇ ਹਾਂ। ਨੂਪੁਰ ਸ਼ਰਮਾ ਨੇ ਇਹੀ ਕਿਹਾ ਸੀ ਕਿ ਤੁਸੀਂ ਮੇਰੇ ਧਰਮ ਬਾਰੇ ਇਸ ਤਰ੍ਹਾਂ ਦੀ ਗੱਲਾਂ ਕਰਦੇ ਹੋ, ਲੋ ਤੁਹਾਡੇ ਧਰਮ ਗ੍ਰੰਥਾਂ 'ਚ ਲਿਖਿਆ ਹੋਇਆ, ਮੈਂ ਇਹ ਬੋਲ ਦਿੰਦੀ ਹਾਂ। ਸੋ ਜੇ ਲੀਗਲ ਕਲਚਰ ਨਹੀਂ ਹੈ, ਪੋਲੀਟੀਕਲ ਕਲਚਰ ਨਹੀਂ ਹੈ, ਸੋਸ਼ਲ ਕਲਚਰ ਨਹੀਂ ਹੈ, ਹਾਊ ਡੂ ਯੂ ਓਪਨ ਦਾ ਸਪੇਸ? ਇੱਕ ਅਸਲ ਦੇ ਵਿੱਚ ਇਹਦੇ ਵਿੱਚ ਹੀ ਜਿਵੇਂ ਇਹਨਾਂ ਨੇ ਆਪਣੇ ਇੱਕ ਆਰਟੀਕਲ 'ਚ ਨਾਲ ਇਹ ਵੀ ਕਿਹਾ ਕਿ ਜਿਹੜਾ ਰੋਲ ਹੁੰਦਾ ਹੈ ਤੇ ਉਹ ਸਾਰੀਆਂ ਇੰਸਟੀਟਿਊਸ਼ਨ ਜੋ ਰੋਲ ਨਿਭਾਉਂਦੀਆਂ ਨੇ ਤਾਂ ਹੁੰਦਾ ਹੈ। ਔਰ ਸਾਡੀ ਜੁਡੀਸ਼ਰੀ ਜੀ ਨੂੰ ਸੂ ਮੋਟੋ ਲੈਣਾ ਚਾਹੀਦਾ ਸੀ ਜੇ ਰੂਲ ਆਫ ਲਾਅ ਦੀ ਜਿਹੜਾ ਜਿੱਥੋਂ ਤੱਕ ਕੁਐਸਚਨ ਹੈ, ਤਾਂ ਫਿਰ ਬਾਕੀ ਦਾ ਜਦੋਂ ਇੱਕ ਸੈਕਸ਼ਨ ਤੇ ਪਰਚੇ ਪੈਂਦੇ ਨੇ ਤੇ ਦੂਜੇ ਸੈਕਸ਼ਨ ਦੀਆਂ ਉਸੇ ਅਗਲੇ ਦਿਨ ਜ਼ਮਾਨਤਾਂ, ਤੀਜੇ ਦਿਨ ਜ਼ਮਾਨਤਾਂ, ਜਾਂ ਪਰਚਾ ਹੀ ਨਹੀਂ ਪੈਂਦਾ ਕੋਈ। ਔਰ ਜਿੰਨੀਆਂ ਵੀ ਉਹ ਹੇਟ ਸਪੀਚ ਵਰਗੀਆਂ ਹੀ ਨੇ ਨਾ, ਉਹ ਧਰਮ ਸਤਪਾਲ ਤੋਂ ਤਾਂ ਹੇਟ ਸਪੀਚ, ਸਲਾਬੱਦੀ ਜ਼ਾਕੀਆ ਜਾਫਰੀ ਸੁਣੀ ਨਹੀਂ ਜਾਂਦੀ, ਕਸ਼ਮੀਰ ਦੇ ਵਿੱਚ 370 ਨਹੀਂ ਸੁਣੀ ਜਾਂਦੀ, ਹੈਬੀਅਸ ਕਾਰਪਸ ਨਹੀਂ ਸੁਣੀ ਜਾਂਦੀ, ਉਹ ਜਿਹੜੀਆਂ ਸਾਰੀਆਂ ਚੀਜ਼ਾਂ। ਹੁਣ ਜੰਮੂ ਕਸ਼ਮੀਰ ਦਾ ਕੋਈ ਬੰਦਾ ਕਿੱਥੇ ਜਾਵੇ ਉਹਨੂੰ ਕੁਝ ਨਹੀਂ ਪਤਾ, ਆਫਟਰ ਆਲ ਕੰਟਰੀ ਹੈ, ਉਹ ਵੀ ਸਾਡੇ ਕੰਟਰੀ ਦਾ ਹਿੱਸਾ ਨਾ। ਉਹ ਆਪਦੇ ਬੰਦੇ ਜਿਹੜੇ ਗਾਇਬ ਨੇ, ਉਹ ਗਾਇਬ ਦੀ ਸ਼ਿਕਾਇਤ ਕਿੱਥੇ ਕਰੇ ਉਹਨਾਂ ਨੂੰ ਨਹੀਂ ਪਤਾ ਕੋਈ ਕਿੱਥੇ ਜਾਵੇ। ਕੋਈ ਸਿਸਟਮ ਤਾਂ ਬਣਾਉਣਾ ਪੈਂਦਾ ਨਾ ਜਿਹਦੇ 'ਚ ਹੈ। ਹੁਣ ਇਸੇ ਕਰਕੇ ਇਹ ਹੈ ਕਿ ਜਿਹੜੇ ਇਹ ਕਹਿ ਰਹੇ ਨੇ ਆਪਣੇ ਅੱਜ ਖਾਲਦ ਸਾਹਿਬ ਨੇ ਮਿਸਾਲ ਦਿੱਤੀ ਹੈ ਚੀਫ ਜਸਟਿਸ ਆਫ ਇੰਡੀਆ ਦੀ, ਉਹਨਾਂ ਨੇ ਕਿਹਾ ਸੀ ਹਾਂ ਐ ਨਹੀਂ ਕਰਦੇ, ਪਰ ਤੁਸੀਂ ਇਹ ਵੀ ਤਾਂ ਨਾਲ ਕਰਦੇ ਹੋ। ਸਪੋਜ਼ ਕਰੋ ਨੂਪੁਰ ਸ਼ਰਮਾ ਨੂੰ ਕਹਿ ਰਹੇ ਹੋ ਕਿ ਇਸ ਲੇਡੀ ਨੇ ਅੱਗ ਲਾਤੀ, ਇਹਦਾ ਜੇ ਹੋ ਗਿਆ ਉਹ ਹੋ ਗਿਆ ਸਾਰਾ, ਤਾਂ ਸਰਕਾਰ ਨੂੰ ਵੀ ਤਾਂ ਕਿਹਾ ਜਾ ਸਕਦਾ ਵੀ ਹੁਣ ਤੱਕ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ? ਕੋਈ ਇੱਕ ਸੈਂਟੈਂਸ ਹੈ, ਉਹਨੂੰ ਕਹਿ ਤੂੰ ਮਾਫੀ ਮੰਗੇ ਟੀਵੀ ਤੇ ਜਾ ਕੇ ਦੁਬਾਰਾ, ਕਿਉਂਕਿ ਕੋਰਟ ਕੋਈ ਪੰਚਾਇਤੀ ਸਮਝੌਤੇ ਜਾਂ ਮਾਫੀਨਾਮੇ ਤੇ ਥੋੜੀ ਚੱਲਦੇ ਆ, ਕੋਰਟ ਤਾਂ ਲਾਅ ਤੇ ਲਾਅ ਚੱਲਦੇ, ਜੋ ਵੀ ਲਾਅ ਹੈ ਅਵੇਲੇਬਲ ਜੋ ਲਾਅ ਹੈ, ਔਰ ਉਹ ਸਾਰੇ ਸੈਟਅਪ ਦੇ ਵਿੱਚ ਜਿਸ ਪਟੀਸ਼ਨ ਦੇ ਉੱਤੇ ਸੁਪਰੀਮ ਕੋਰਟ ਬੋਲੀ ਹੈ ਉਹਦੇ ਚ ਨੂਪੁਰ ਸ਼ਰਮਾ ਦੀ ਡਿਮਾਂਡ ਇਹ ਨਹੀਂ ਸੀ ਕਿ ਮੇਰੇ ਖਿਲਾਫ ਜਗ੍ਹਾ ਜਗ੍ਹਾ ਤੇ ਕੇਸ ਹੋ ਰਹੇ ਨੇ, ਇੱਕ ਜਗ੍ਹਾ ਦੇ ਉੱਤੇ ਕਰ ਦਿਓ, ਬੜੀ ਜਾਇਜ਼ ਡਿਮਾਂਡ ਸੀ, ਉਹਨੂੰ ਰਿਜੈਕਟ ਕਰ ਦਿੱਤਾ, ਉਹਨੂੰ ਤੁਸੀਂ ਵਿਡਰਾ ਕਰਨ ਦਿੱਤੀ ਹੋ। ਬਿਲਕੁਲ ਮੈਨੂੰ ਇਹ ਲੱਗਦਾ ਕਿ ਧਰਮਾਂ ਦੇ ਮਾਮਲੇ ਦੇ ਵਿੱਚ ਵੀ, ਸੰਵਿਧਾਨ ਦੇ ਮਾਮਲੇ 'ਚ ਵੀ, ਜਿਹਦੇ ਜਿਹੜਾ ਫਿੱਟ ਆਉਂਦਾ ਉਹ ਉਨੀ ਚੀਜ਼ ਲਈ ਜਾਂਦਾ ਤੇ ਦੂਜੀ ਛੱਡ ਦਿੰਦਾ। ਚਾਹੇ ਮਤਲਬ ਆਪਣੇ ਵੀ ਇੱਥੇ ਜੇ ਪੰਜਾਬ ਦੀ ਆਪਾਂ ਇਹਨੂੰ ਜੋੜ ਕੇ ਨਾਲ ਜੇਕਰ ਗੱਲ ਕਰੀਏ, ਜਿਹੜੇ ਓਵਰਆਲ ਸਰਬੱਤ ਦੇ ਭਲੇ ਦਾ ਕਨਸੈਪਟ ਹੈ, ਗੁਰੂ ਸਾਹਿਬ ਕਹਿੰਦੇ ਨੇ ਸਾਹਮਣੇ ਵਾਲੇ ਬੰਦੇ ਨੂੰ ਜੇ ਰੌਲਾ ਪਾਉਂਦਾ ਜਾਂ ਉਹ ਥੋੜਾ ਲੜਦਾ, ਉਹ ਕਹਿੰਦਾ ਰੋਸ ਨਾ ਕੀਜੈ ਉੱਤਰ ਦੀਜੈ, ਮਤਲਬ ਸੰਵਾਦ ਦਾ ਕੁਐਸਚਨ ਹੈ। ਔਰ ਉਹ ਸੰਵਾਦ ਜਿਹੜਾ ਸ਼ੁਰੂ ਹੋਇਆ ਕੀਤਾ ਵੀ ਪ੍ਰੈਕਟਿਸ ਦੇ ਵਿੱਚ ਜਾ ਕੇ ਅਲਟਰ ਬਿਲਕੁਲ ਵਿਰੋਧੀ ਧਿਰਾਂ ਦੇ ਨਾਲ ਵੀ ਕੀਤਾ। ਇੱਥੇ ਵੀ ਇੱਕ ਪੂਰੀ ਜਸਟੀਫਿਕੇਸ਼ਨ ਬਣ ਜਾਂਦੀ ਹੈ ਬੰਦਾ ਮਾਰਨ ਦੀ ਇਮੀਡੀਏਟਲੀ, ਕਿ ਅਸੀਂ ਤਾਂ ਬੇਅਦਬੀ ਕਰਦਾ ਦੇਖ ਲਿਆ ਸੀ, ਅਸੀਂ ਉੱਥੇ ਹੀ ਮਾਰ ਦਿੱਤਾ, ਉਹੀ ਤਾਂ ਰੌਲਾ ਹੈ, ਇਮੀਡੀਏਟ ਜਸਟਿਸ ਹੋ ਗਿਆ ਹੈ, ਉਹਦੀ ਉਹਨੂੰ ਸਮਾਜਿਕ ਪ੍ਰਵਾਨਗੀ ਮਿਲਦੀ ਹੈ, ਪਿੱਠ ਥਾਪੜੀ ਜਾਂਦੀ ਹੈ। ਵੱਡੀ ਗੱਲ ਇਹ ਹੁੰਦੀ ਹੈ ਤੇ ਉਹਨੂੰ ਇਹ ਕੋਈ ਨਹੀਂ ਕਹਿੰਦਾ, ਨਹੀਂ ਇਕੱਲਾ ਇੰਨਾ ਬੰਦਾ ਮਾਰਦਾ ਨਹੀਂ, ਕਿਸੇ ਗੁਰਦੁਆਰੇ 'ਚ ਜਾ ਕੇ ਕਹਿੰਦਾ ਵੀ ਜੀ ਆ ਐਸਸੀ ਨੂੰ ਅਸੀਂ ਅੱਜ ਵੜਨ ਨਹੀਂ ਦਿੰਦੇ, ਮੰਨ ਲਓ ਸਾਡੇ ਇੱਕ ਵੱਟ ਤੇ ਨਾ ਆਵੇ, ਉਹ ਇਲੀਗਲ ਵੀ ਹੈ ਗੈਰ, ਔਰ ਧਾਰਮਿਕ ਖਿਲਾਫ ਵੀ ਹੈ ਤੇ ਲੀਗਲ ਵੀ ਖਿਲਾਫ ਹੈ। ਪਰ ਕੋਈ ਬੰਦੇ ਖੜੇ ਹੁੰਦੇ ਨੇ ਜਦੋਂ ਸਮਾਜ ਇੱਕ ਸੁਸਾਇਟੀ ਦੇ ਤੌਰ ਤੇ, ਇਹਦੇ 'ਚ 3 ਚੀਜ਼ਾਂ ਨੇ, ਇੱਕ ਤਾਂ ਸੁਸਾਇਟੀ। ਮੈਨੂੰ ਇਫ ਯੂ ਜਸਟ ਪਾਰਕ ਯੂਰ ਥਾਟ, ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ, ਅਸੀਂ ਇਸੇ ਪੁਆਇੰਟ ਤੋਂ ਦੁਬਾਰਾ ਸ਼ੁਰੂ ਕਰਾਂਗੇ ਕਿਉਂਕਿ ਇਹ ਮਸਲਾ ਬੜਾ ਗੰਭੀਰ ਹੈ ਕਿ ਕੀ ਅਸੀਂ ਸਪੇਸ ਨੂੰ ਕਿਵੇਂ ਖੋਲੀਏ ਤੇ ਕੀ ਅਸੀਂ ਐਕਸਟਰਾ ਟੱਚੀ ਹੁੰਦੇ ਜਾ ਰਹੇ ਹਾਂ ਕਿ ਹਰ ਗੱਲ ਦੇ ਉੱਤੇ ਸਾਡੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਭੜਕ ਰਹੀਆਂ ਨੇ, ਕਿ ਇਹ ਵੀ ਪ੍ਰੋਬਲਮ ਦਾ ਇੱਕ ਐਸਪੈਕਟ ਹੈ। ਵੀਲ ਟਾਕ ਅਬਾਊਟ ਦਿਸ ਆਫਟਰ ਦਿਸ ਬ੍ਰੇਕ।
ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਜਿਸ ਕਿਸਮ ਦੀ ਫਿਰਕਾ ਪ੍ਰਸਤੀ ਦੀ ਸਿਆਸਤ ਦੇਸ਼ ਦੇ ਵਿੱਚ ਹੋ ਰਹੀ ਹੈ ਤੇ ਜਿਸ ਕਿਸਮ ਦੀ ਸੰਕੀਰਨਤਾ ਸਮਾਜ ਦੇ ਵਿੱਚ ਆ ਰਹੀ ਹੈ, ਚਾਹੇ ਉਹ ਮੁਹੰਮਦ ਜ਼ੁਬੈਰ ਦੀ ਅਰੈਸਟ ਹੋਵੇ, ਟੀਸਟਾ ਸੀਤਲਵੜ ਦੀ ਅਰੈਸਟ ਹੋਵੇ, ਨੂਪੁਰ ਸ਼ਰਮਾ ਵਾਲਾ ਸਾਰਾ ਮਾਜਰਾ ਹੋਵੇ, ਜਾਂ ਉਸ ਕਿਸਮ ਦੇ ਬਹੁਤ ਹੀ ਦਰਦਨਾਕ ਦਰਿੰਦਗੀ ਬਾਰੇ ਕਤਲ ਹੋਣ, ਜਿਸ ਕਿਸਮ ਦਾ ਉਦੈਪੁਰ ਦੇ ਵਿੱਚ ਕਨਈਆ ਲਾਲ ਤੇਲੀ ਦਰਜੀ ਹੋਰਾਂ ਦਾ ਕਤਲ ਦੇਖਣ ਨੂੰ ਮਿਲਿਆ, ਬੇਹੱਦ ਅਫਸੋਸਨਾਕ। ਤਾਂ ਇਸ ਸਾਰੇ ਦੇ ਵਿੱਚ ਇਹ ਸਾਰੇ ਸਿਆਸੀ ਮੰਜ਼ਰ ਨੂੰ ਕਿਵੇਂ ਪੜ੍ਹਨਾ ਚਾਹੀਦਾ? ਸਾਡੇ ਨਾਲ ਮੁਹੰਮਦ ਖਾਲਿਦ ਜੀ ਨੇ, ਪੋਲੀਟੀਕਲ ਸਾਇੰਟਿਸਟ, ਅਤੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਸੀਂ ਗੱਲ ਕਰ ਰਹੇ ਸੀਗੇ ਕਿ ਇਸ ਸਾਰੀ ਜਿਹੜੀ ਧਰੋਰ ਹੈ, ਇਹ ਸਾਰਾ ਜਿਹੜਾ ਪਿੜ ਹੈ, ਇਹਨੂੰ ਸਮਾਜ ਦੇ ਵਿੱਚ ਕਿਸੇ ਸਾਰਥਕ ਡਾਇਲੌਗ ਲਈ ਕਿਵੇਂ ਓਪਨ ਕਰਨਾ ਚਾਹੀਦਾ? ਹਾਂ, ਮੈਨੂੰ ਇਹ ਲੱਗਦਾ ਕਿ ਜਿਹੜਾ ਸਾਡਾ ਇੱਕ ਓਵਰਆਲ ਇੱਕ ਸਾਈਡ ਜਿਹੜੀ ਬਾਹਰ ਹੈ ਇਸ ਡਿਬੇਟ 'ਚੋਂ ਨਾਰਮਲੀ, ਉਹ ਹੈ ਲੋਕਾਂ ਦੀਆਂ ਜ਼ਿੰਦਗੀਆਂ ਦਾ ਸਵਾਲ, ਉਹਨਾਂ ਦੀ ਰੋਜੀ ਰੋਟੀ ਦਾ ਸਵਾਲ, ਉਹਨਾਂ ਦੀ ਚੰਗੀ ਜ਼ਿੰਦਗੀ, ਖੁਸ਼ਹਾਲ ਜ਼ਿੰਦਗੀ ਦਾ ਸਵਾਲ। ਜਿਹੜਾ ਡਿਵੈਲਪਮੈਂਟ ਦਾ ਮਾਡਲ ਅਸੀਂ ਚੁਣ ਰੱਖਿਆ, ਮੈਨੂੰ ਲੱਗਦਾ ਉਹਦੀ ਲੋੜ ਵੀ ਹੈ ਤੇ ਸਾਡਾ ਪੋਲੀਟੀਸ਼ੀਅਨ ਵੀ ਉਹਦੇ ਦਾਇਰੇ 'ਚ ਆ ਗਿਆ, ਇਸ ਲਈ ਉਹਨੂੰ ਡਾਇਵਰਟ ਕਰਨਾ ਉਹਦੀ ਲੋੜ ਹੈ ਉਹਨਾਂ ਚੀਜ਼ਾਂ ਤੋਂ। ਔਰ ਉਹ 'ਚ ਕੀ ਹੁੰਦਾ ਕਿ ਜੇ ਹੁਣ ਇਹੀ ਮਾਡਲ ਸਾਰੀ ਦੁਨੀਆ ਦੇ ਸਾਰੇ ਦੇਸ਼ ਬੈਠਦੇ ਨੇ ਕਿ এনवायरमेंटल ਕ੍ਰਾਈਸਿਸ ਜਿਹੋ ਜਿਹਾ ਹੋ ਗਿਆ ਜੀ, ਸਾਡੇ ਤੋਂ ਤਾਂ ਹੱਲ ਨਹੀਂ, ਇਹ ਪੋਲੀਟੀਕਲ ਮਸਲਾ ਹੈ, ਇਹ ਇਸ ਲੈਵਲ ਦਾ ਮਸਲਾ। ਔਰ ਇਸੇ ਕਰਕੇ ਜਿਹੜਾ ਡਿਸਪੈਰਿਟੀ ਵੱਧ ਰਹੀ ਹੈ, ਗਰੀਬੀ ਅਮੀਰੀ ਦਾ ਪਾੜਾ ਸਾਡੇ ਦੇਸ਼ ਦਾ, ਜਦੋਂ ਡਾਟਾ ਛਪਦਾ ਹੈ ਕਿ ਅਸੀਂ ਤਾਂ 47 ਤੋਂ ਪਹਿਲਾਂ ਵੀ ਉਸ ਪੱਧਰ ਤੇ ਨਹੀਂ ਸੀ ਜਿੰਨਾ ਹੁਣ ਗੈਪ ਹੋ ਗਿਆ। ਇਹ ਜਿਹੜੇ ਸਵਾਲ ਨੇ, ਜਾਂ ਬੇਰੁਜ਼ਗਾਰੀ ਸਭ ਤੋਂ ਜ਼ਿਆਦਾ, ਇਹ ਐਡਰੈਸ ਕਿਵੇਂ ਕਰਨਾ ਹੈ? ਜਦੋਂ ਉਹ ਐਡਰੈਸ ਨਹੀਂ ਹੁੰਦੇ ਤਾਂ ਜਿਹੜੇ ਓਪੀਨੀਅਨ ਮੇਕਰ ਬੰਦੇ ਨੇ, ਖਾਸ ਤੌਰ ਤੇ ਪਾਵਰ ਬਿਲਡਿੰਗ ਜਿਹੜੇ ਲੋਕ ਨੇ, ਹਾਂ, ਉਹ ਸਾਰੇ ਵੀ ਤਾਂ ਇੱਕ ਡਾਇਵਰਜਨ ਵੀ ਹੁੰਦੀ ਹੈ ਬਾਕੀ ਮਾਮਲੇ, ਕਿਸੇ ਪਾਸੇ ਤਾਂ ਭੇਜਣਾ, ਕਿਸੇ ਪਾਸੇ ਭੇਜਣਾ, ਤੇ ਉਹ ਭੀੜ ਫਿਰ ਜਿਹੜੀ ਉਸ ਪਾਸੇ ਵੱਲ ਜਾਂਦੀ ਹੈ ਕਿ ਸਾਡਾ ਸਮਾਜ ਚੰਗਾ ਨਹੀਂ ਕਿਉਂ ਨਹੀਂ ਹੈ, ਜਾਂ ਮੇਰੀ ਜ਼ਿੰਦਗੀ ਦਾ ਨਿਸ਼ਾਨਾ ਜਿਹੜਾ ਪੂਰਾ ਨਹੀਂ ਹੁੰਦਾ, ਉਹ ਇੱਕ ਬਹੁਤ ਬੜਾ ਕੁਐਸਚਨ ਹੈ। ਇਸ ਨਾਲ ਮੈਂ ਇੰਟਰਨੈਸ਼ਨਲੀ ਦੇਖਦਾ, ਜਿਹੜੀ ਦੋ ਫੰਕਸ਼ਨਿੰਗ ਡੈਮੋਕ੍ਰੇਸੀਜ਼ ਨੇ, ਲੈਟਸ ਸੇ ਅਮਰੀਕਾ ਇੰਗਲੈਂਡ ਨੂੰ ਇੱਕ ਸਾਈਡ ਤੇ ਰੱਖ ਲਓ, ਹਿੰਦੁਸਤਾਨ ਨੂੰ ਇੱਕ ਸਾਈਡ ਤੇ ਰੱਖ ਲਓ, ਤੁਹਾਨੂੰ ਲੱਗਦਾ ਹੈ ਕਿ ਵਿੱਚੋਂ ਪਾਰਟ ਰਹੀਆਂ ਨੇ? ਅੱਜ ਰੋ ਵਰਸਸ ਵੇਦ ਵਾਲਾ ਜਿਹੜਾ ਡਿਸੀਜਨ ਸੀ, ਇਹ ਅਮਰੀਕਾ ਦਾ 1973 ਦਾ ਸੁਪਰੀਮ ਕੋਰਟ ਦਾ ਉਹ ਫੈਸਲਾ ਹੈ ਜਿਸ ਨੇ ਅਮਰੀਕਾ ਦੀਆਂ ਔਰਤਾਂ ਨੂੰ ਅਬੋਰਸ਼ਨ ਦੇ, ਗਰਭਪਾਤ ਦੇ ਹੱਕ ਦਿੱਤੇ ਹੋਏ ਨੇ, ਤੇ ਉਹ ਫੈਸਲਾ ਹੁਣ 40 ਸਾਲਾਂ ਬਾਅਦ ਉਲਟਾ ਦਿੱਤਾ ਗਿਆ। ਉਹਦੇ ਵਿੱਚ ਸਾਰਾ ਅਮਰੀਕਾ ਵਿਚਕਾਰੋਂ ਪਾਟਿਆ ਗਿਆ। ਇਹ ਆਈਡੀਓਲੋਜੀਕਲੀ ਅਮਰੀਕਾ ਜਿਹੜਾ ਸ਼ਿਫਟ ਹੋ ਚੁੱਕਾ। ਉਹਨਾਂ ਦੀ ਸੁਪਰੀਮ ਕੋਰਟ ਵੀ ਬਿਲਕੁਲ ਵਿਚਕਾਰੋਂ ਪਾਰਟੀ ਹੋਈ ਹੈ। ਉਹੀ ਤਿੰਨੇ ਜੱਜ ਜਿਹੜੇ ਟਰੰਪ ਨੇ ਲਾਏ ਸੀ, ਉਹ ਇਹਨਾਂ ਪੰਜਾਂ ਦੇ ਵਿੱਚੋਂ ਹੈ ਜਿਨ੍ਹਾਂ ਨੇ ਇਹ ਫੈਸਲਾ ਦਿੱਤਾ। ਹੁਣ ਜੇ ਮੈਂ ਇਸੇ ਫੈਸਲੇ ਨੂੰ ਹਿੰਦੁਸਤਾਨ ਦੇ ਉੱਤੇ ਉਸ ਪ੍ਰਿਜ਼ਮ ਨਾਲ ਦੇਖਦਾ ਤਾਂ ਮੇਰੇ ਇੱਥੇ 13 ਔਰਤਾਂ ਹਰ ਰੋਜ਼ ਅਨਸੇਫ ਅਬੋਰਸ਼ਨਸ ਨਾਲ ਮਰਦੀਆਂ ਨੇ। ਲਗਭਗ 67 ਲੱਖ ਅਬੋਰਸ਼ਨਸ ਮੇਰੇ ਕੰਟਰੀ ਵਿੱਚ ਹੁੰਦੀਆਂ ਨੇ। ਹਿੰਦੁਸਤਾਨ ਦੇ ਵਿੱਚ ਕਹਿੰਦੇ ਨੇ 80% ਔਰਤਾਂ ਨੂੰ ਇਹੀ ਨਹੀਂ ਪਤਾ ਕਿ ਗਰਭਪਾਤ ਜਾਂ ਅਬੋਰਸ਼ਨ ਦਾ ਉਹਨਾਂ ਨੂੰ ਕਾਨੂੰਨੀ ਹੱਕ ਹੈ। ਸਾਡੇ ਇੱਥੇ ਅਜੇ ਕਿ ਜਿਹੜੇ ਕਾਨੂੰਨ ਨੇ ਉਹ ਅਮਰੀਕਾ ਤੋਂ ਕਿਤੇ ਜ਼ਿਆਦਾ ਬਿਹਤਰ ਨੇ। ਅਸੀਂ ਉਹਨੂੰ ਮਨੁੱਖੀ ਅਧਿਕਾਰਾਂ ਦੇ ਦਾਇਰੇ ਵਿੱਚ ਰੱਖਿਆ ਹੋਇਆ, ਫੰਡਾਮੈਂਟਲ ਰਾਈਟਸ ਦੇ ਦਾਇਰੇ ਦੇ ਥਰੂ ਅਸੀਂ ਉਹਨੂੰ ਪੜ੍ਹਦੇ ਹਾਂ, ਜੱਚਾ ਬੱਚਾ ਦੀ ਸਿਹਤ ਦੇ ਦਾਇਰੇ ਦੇ ਥਰੂ ਪੜ੍ਹਦੇ ਹਾਂ। ਤੁਹਾਨੂੰ ਜਾਪਦਾ ਹੈ ਇਹ ਜਿਹੜੀਆਂ ਦੋਨੋਂ ਡੈਮੋਕ੍ਰੇਸੀਜ਼ ਬੁਰੀ ਤਰ੍ਹਾਂ ਦੇ ਨਾਲ ਜਿਹੜੀਆਂ ਵਿੱਚੋਂ ਬਾਈਫਰਕੇਟ ਹੋ ਰਹੀਆਂ ਨੇ, ਇਹ ਆਉਣ ਵਾਲੇ ਸਮਿਆਂ ਦੇ ਵਿੱਚ ਲੋਕਤੰਤਰ ਦੇ ਭਵਿੱਖ ਲਈ ਕਿਹੋ ਜਿਹਾ ਵਰਤਾਰਾ ਦਿਖਾਈ ਦੇ ਰਿਹਾ? ਦੇਖੋ, ਇੱਦਾਂ ਹੈ, ਲੋਕਤੰਤਰ ਦੇ ਵਿੱਚ ਲੋਕਾਂ ਦੀ ਇਨਵੋਲਵਮੈਂਟ ਹੁੰਦੀ ਹੈ, ਆਪਾਂ ਸਭ ਨੂੰ ਪਤਾ ਹੈ, ਲੇਕਿਨ ਜਿਹੜੀ ਪੋਲਿਟਿਕਸ ਹੁੰਦੀ ਹੈ ਨਾ, ਪਾਵਰ ਸਟਰਗਲ ਤਾਂ ਹੁੰਦੀ ਹੈ, ਬਿਲਕੁਲ, ਉਸ ਦੇ ਨਾਲ ਕਨਫਲਿਕਟ ਰੈਜ਼ੋਲੂਸ਼ਨ ਵੀ ਕਰਦੀ ਹੈ। ਅਗਰ ਤੁਹਾਡੀ ਪੋਲਿਟਿਕਸ ਕਨਫਲਿਕਟ ਰੈਜ਼ੋਲੂਸ਼ਨ ਦੀ ਬਜਾਏ ਕਨਫਲਿਕਟ ਕ੍ਰੀਏਟਰ ਬਣ ਜਾਵੇ ਔਰ ਉਹਦੇ ਵਿੱਚ ਆਪਣਾ ਭਲਾ ਸੋਚਣ ਲੱਗ ਜਾਵੇ, ਤਾਂ ਡੈਫੀਨਿਟਲੀ ਯੂ ਆਰ ਡੂਮਡ, ਯਾਨੀ ਕਿ ਤੁਹਾਡੇ ਬੁਰੇ ਦਿਨ ਆ ਗਏ ਹਨ। ਔਰ ਇਹ ਚੀਜ਼ ਹੋ ਰਹੀ ਹੈ, ਇਹ ਅਮਰੀਕਾ ਦੇ ਵਿੱਚ ਵੀ ਹੈ, ਉੱਥੇ ਵੀ ਹੋ ਰਹੀ ਹੈ। ਤੁਸੀਂ ਅਮਰੀਕਾ ਦੇ ਵਿੱਚ ਵੀ ਦੇਖੋ ਜਿਸ ਤਰੀਕੇ ਦੇ ਨਾਲ ਡਿਵਿਜ਼ਿਵਨੈਸ ਉੱਥੇ ਹੈਗੀ ਹੈ ਡੈਮੋਕ੍ਰੈਟਸ ਦੇ ਵਿੱਚ ਤੇ ਲਿਬਰਲ ਦੇ ਵਿੱਚ, ਔਰ ਜਿਸ ਤਰੀਕੇ ਦੇ ਨਾਲ ਸਮਾਜ ਬਟਿਆ ਹੋਇਆ ਹੈ। ਇਸੇ ਇਸ਼ੂ ਦੀ ਤੁਸੀਂ ਦੇਖ ਲਓ, ਜਿਸ ਵੇਲੇ ਅਮਰੀਕਨ ਸੁਪਰੀਮ ਕੋਰਟ ਨੇ ਕੁਝ ਦਿਨ ਪਹਿਲਾਂ ਇਹ ਪਲਟਿਆ ਜੀ, ਉਸ ਤੋਂ ਬਾਅਦ ਪ੍ਰੈਜ਼ੀਡੈਂਟ ਤੋਂ ਲੈ ਕੇ ਡਾਊਨ ਟੂ ਦਾ ਲਾਸਟ ਮੈਨ ਇਨ ਅਮਰੀਕਾ, ਉਹ ਜਿਹੜਾ ਹੈਗਾ ਡਿਵਾਈਡ ਹੋ ਗਿਆ ਸਾਰਾ। ਬਿਲਕੁਲ। ਔਰ ਅੱਜ ਵੀ ਕਿਸੇ ਸਟੇਟ ਦੇ ਵਿੱਚ ਇਹ ਮਸਲਾ ਜਿਹੜਾ ਹੈਗਾ ਉੱਥੇ ਉੱਠਿਆ ਹੈ, ਟੈਕਸਾਸ ਦੇ ਵਿੱਚ ਉਹਨਾਂ ਨੇ ਲਾ ਨੂੰ ਦੁਬਾਰਾ ਓਵਰਟਰਨ। ਇਸੇ ਤਰੀਕੇ ਦੇ ਨਾਲ ਇੰਡੀਆ ਦੇ ਵਿੱਚ, ਇੰਡੀਆ ਦੇ ਵਿੱਚ ਇੱਕ ਲੰਬੇ ਸਮੇਂ ਤੱਕ ਕਿਉਂਕਿ ਕਨਫਲਿਕਟ ਸੀਗੇ, ਕਨਫਲਿਕਟ ਨੂੰ ਆਫਟਰ ਪਾਰਟੀਸ਼ਨ ਉਹਨਾਂ ਨੂੰ ਰਿਜ਼ੋਲਵ ਕਰਨ ਦਾ ਮੌਕਾ ਵੀ ਮਿਲਿਆ, ਉਹਨਾਂ ਨੇ ਕੰਮ ਵੀ ਕੀਤਾ। ਲੇਕਿਨ ਹੁਣ ਪੋਲਿਟਿਕਸ ਜਿਹੜੀ ਹੈਗੀ ਹੈ ਉਹ ਹੈਗੀ ਹੈ ਵੀ ਡਿਵਾਈਡ, ਅਸਲ ਡਿਵਾਈਡ ਐਂਡ ਰੂਲ ਇਹ ਹੈਗਾ। ਅਸਲ ਜਿਹੜੀ ਟੂ ਨੇਸ਼ਨ ਥਿਊਰੀ ਹੈ ਉਹ ਅਸੀਂ ਹੁਣ ਲਾਗੂ ਕਰ ਰਹੇ ਹਾਂ। ਉਸ ਵੇਲੇ ਤਾਂ ਜਿਹੇ ਜੀ ਹੋਈ ਉਹ ਇੱਕ ਡਿਫਰੈਂਟ ਕਿਸਮ ਦੀ ਟੂ ਨੇਸ਼ਨ ਥਿਊਰੀ ਸੀ। ਇਹ ਵਿਦ ਇਨ ਦਾ ਨੇਸ਼ਨ ਟੂ ਨੇਸ਼ਨ ਥਿਊਰੀ ਅਸੀਂ ਲਾਗੂ ਕਰਨੀ ਹੈ। ਅਗਰ ਇਸ ਤਰ੍ਹਾਂ ਦੀ ਚੀਜ਼ ਤੁਸੀਂ ਕਰੋਗੇ ਤਾਂ ਡੈਫੀਨਿਟਲੀ ਮੈਂ ਕਹਿਣਾ ਕਿ ਤੁਹਾਡੀ ਡੈਮੋਕ੍ਰੇਸੀ ਜਿਹੜੀ ਹੈਗੀ ਹੈ ਉਹ ਜਾਂ ਤਾਂ ਇੱਕ ਕੈਪਟਿਵ ਡੈਮੋਕ੍ਰੇਸੀ ਹੋਗੀ,
ਜਾਂ ਇੱਕ ਫਸਾਡ ਡੈਮੋਕ੍ਰੇਸੀ ਤਮਾਸ਼ਾ ਹੋਏਗੀ ਵਾਲੀ। ਜਾਂ ਇੱਕ ਗਾਈਡਡ ਡੈਮੋਕ੍ਰੇਸੀ ਹੋਏਗੀ। ਐਕਚੁਅਲ ਡੈਮੋਕ੍ਰੇਸੀ ਹੈ, ਐਕਚੁਅਲ ਡੈਮੋਕ੍ਰੇਸੀ ਨਹੀਂ ਤੁਸੀਂ ਬੇਸਿਕਲੀ ਕਹਿ ਰਹੇ ਹੋ ਕਿ ਅਸੀਂ ਫਿਰ ਪਾਕਿਸਤਾਨ ਵਰਗੀ ਫਿਰ ਡੈਮੋਕ੍ਰੇਸੀ ਵੱਲ ਉਸ ਤਰ੍ਹਾਂ ਦੀ ਵੱਧਦੇ- ਹੋਏਗੀ, ਵੱਧਦੇ ਇੰਡੋਨੇਸ਼ੀਆ ਜਾ ਰਹੇ ਵਰਗੀ ਹੋਰ ਜਿਹੜੇ ਬਥੇਰੇ ਜੀ, ਕੰਟਰੀ ਆ ਉਸ ਜੀ, ਤਰ੍ਹਾਂ ਜੀ। ਦੀ ਹੋਏਗੀ। ਪਰ ਜਦ ਕਿ ਤੁਹਾਡੀ ਗੱਲ ਤੋਂ ਮੈਨੂੰ ਸਿਰਫ ਇਹ ਇੱਕ ਮਿੰਟ ਮੈਂ ਨਹੀਂ- ਲਾਸਟ ਜੀ, ਗੱਲ sure, ਕਹਾਂਗਾ, sure, sure। ਜਦ ਕਿ ਸਾਡੇ ਅਗਰ ਤੁਸੀਂ ਸੰਵਿਧਾਨ ਤੇ ਸਾਡੀ ਪ੍ਰੀਐਮਬਲ ਨੂੰ ਦੇਖੋ, ਉਹ ਇੰਨਾ ਜ਼ਿਆਦਾ ਸਪੇਸ ਦਿੰਦੀ ਹੈ ਤੁਹਾਨੂੰ, ਇੰਨੀ ਲਿਬਰਲ ਡਿਸਕਸ਼ਨ ਤੇ ਡਿਸਕੋਰਸ ਦੀ ਗੱਲ ਕਰਦੀ ਹੈ। ਜੀ ਮੈਂ ਅੱਜ ਫੇਰ ਕਿਤਾਬ ਬਚੀ ਹੋਈ ਹੈ, ਮੈਂ preamble ਬਚਿਆ ਹੋਇਆ, ਅਗੇਨ ਸੰਵਿਧਾਨ ਬਚਿਆ ਹੋਇਆ, ਮੈਂ ਬਾਕੀ ਅਗੇਨ ਇੱਕ ਥੱਲੇ ਗੱਲ ਕੁਛ ਨਹੀਂ ਕਹਾਂਗਾ, ਬਚਿਆ ਨਾ। ਸੀਜੀਆਈ ਨੇ ਚੀਫ ਜਸਟਿਸ ਆਫ ਇੰਡੀਆ ਨੇ ਕਿਹਾ ਕਿ ਅਸੀਂ ਵੀ ਆਰ ਬਾਉਂਡ ਵਿਦ ਦੈਟ ਕਨਸਟੀਟਿਊਸ਼ਨ। ਦੋਜ਼ ਆਰ ਵੈਲਕਮ ਵਰਡਸ। ਪਰ ਜੀ। ਤੁਸੀਂ ਮੈਨੂੰ ਗੱਲ ਦੱਸੋ, ਇਹ ਸਾਰੀ ਗੱਲਬਾਤ ਸਮਾਜ ਦੇ ਵਿੱਚ ਕਿਸ ਨੇ ਕਰਨੀ ਹੁੰਦੀ ਹੈ? ਮੈਨੂੰ ਲੱਗਦਾ ਸੀ ਜਿਸ ਵੇਲੇ ਕਨਹਈਆ ਲਾਲ ਤੇਲੀ ਦਾ ਕਤਲ ਹੁੰਦਾ ਤਾਂ ਕਿਸੇ ਨੂੰ ਝੱਟ ਯਾਦ ਕਰਵਾਉਣਾ ਚਾਹੀਦਾ ਕਿ ਇਸੇ ਸਟੇਟ ਦੇ ਵਿੱਚ, ਇਸੇ ਰੀਜਨ ਦੇ ਵਿੱਚ ਸ਼ੰਭੂ ਲਾਲ ਰੇਗਰ ਵਰਗਾ ਬੰਦਾ ਜਾ ਕੇ ਮੁਹੰਮਦ ਅਫਰਾਜ਼ੁਲ ਦਾ, ਵੈਸਟ ਬੰਗਾਲ ਤੋਂ, ਪੱਛਮੀ ਬੰਗਾਲ ਤੋਂ ਆਏ ਵਿਅਕਤੀ ਦਾ ਕਤਲ ਕਰਦਾ ਹੈ, ਉਸ ਨੂੰ ਜਿਉਂਦਾ ਜਲਾ ਦਿੰਦਾ ਤੇ ਆਪਣੇ ਜਿਹੜੇ ਛੋਟੇ ਜਿਹੇ ਭਨੇਵੇਂ ਨੂੰ, ਭਾਂਜੇ ਨੂੰ ਕਹਿੰਦਾ ਹੈ ਕਿ ਤੂੰ ਇਹਦੀ ਵੀਡੀਓ ਬਣਾ, ਤੇ ਫਿਰ ਉਹਨੂੰ ਪਾਉਂਦੇ ਆ ਤੇ ਫਿਰ ਉਹਦਾ ਇਸਤਕਬਾਲ ਸਮਾਜ ਦੇ ਵਿੱਚ ਹੁੰਦਾ ਹੈ, ਉਹਦੇ ਬਾਰੇ ਬੜੀ ਗੱਲਬਾਤ ਹੁੰਦੀ ਹੈ, ਉਹਦੇ ਲਈ ਫੰਡਸ ਇਕੱਠੇ ਕੀਤੇ ਜਾਂਦੇ ਨੇ। ਇਹ ਜਿਹੜੀ ਐਪੀਡੈਮਿਕ ਆਫ ਹੇਟ ਹੈ, ਸੋਨੀਆ ਗਾਂਧੀ ਨੇ ਪਿੱਛੇ ਜਿਹੇ ਇੱਕ ਆਰਟੀਕਲ ਲਿਖਿਆ ਹੈ ਕਿ ਸਾਡੇ ਵਿੱਚ ਨਫ਼ਰਤ ਦਾ ਇੱਕ ਐਪੀਡੈਮਿਕ ਕਰੋਨਾ ਵਾਂਗ ਹੀ ਲਗਾਤਾਰ ਫੈਲਦਾ ਜਾ ਰਿਹਾ ਹੈ। ਪਰ ਇਹ ਸਾਰੀਆਂ ਗੱਲਾਂ ਮੈਨੂੰ ਸਮਾਜ ਦੇ ਵਿੱਚ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਦੇ ਟਵਿੱਟਰ ਹੈਂਡਲਾਂ ਤੇ ਤਾਂ ਦਿਖਾਈ ਨਹੀਂ ਦੇ ਰਹੀਆਂ। ਯੂਨੀਵਰਸਿਟੀਆਂ ਵਿੱਚ ਕੋਈ ਬਹੁਤ ਵੱਡੀਆਂ ਬਹਿਸਾਂ ਇਹਦੇ ਬਾਰੇ ਨਹੀਂ ਹੋ ਰਹੀਆਂ। ਸਾਡੇ ਸਮਾਜ ਦਾ ਜਿਹੜਾ ਇਲੀਟ ਬੁੱਧੀਜੀਵੀ ਤਬਕਾ ਹੈ, ਉਹ ਇਹਦੇ ਬਾਰੇ ਇੰਨੀ ਜ਼ੋਰਦਾਰ ਬਹਿਸ ਚਲਾਉਣ ਦੇ ਵਿੱਚ ਨਾਕਾਮ ਰਿਹਾ। ਤੁਸੀਂ ਕੁਝ ਕਮਿਟਡ ਜਾਂ ਪ੍ਰੋਫੈਸ਼ਨਲ ਲੈਫਟਿਸਟ ਰਾਈਟਰਸ ਨੂੰ, ਐਕਟਿਵਿਸਟਾਂ ਨੂੰ ਜੇ ਛੱਡ ਦਿਓ ਤਾਂ ਅਸੀਂ ਸਮਾਜ ਦੇ ਵਿੱਚ ਇਹ ਵਾਰਤਾਲਾਪ ਨਹੀਂ ਚਲਾ ਸਕੇ। ਤੁਹਾਨੂੰ ਲੱਗਦਾ ਹੈ ਹਾਊ ਕਮ ਇੰਟੈਲੈਕਚੁਅਲ ਸਪੇਸ ਦੇ ਵਿੱਚ ਵੀ ਇੰਨੀ ਖਾਮੋਸ਼ੀ ਕਿਉਂ ਹੈ? ਰਾਜਨੀਤਿਕ ਸਪੇਸ ਦੀ ਖਾਮੋਸ਼ੀ ਸਮਝ ਆਉਂਦੀ ਹੈ। ਇਸੇ ਕਰਕੇ ਜਿਹੜੇ ਬਹੁਤ ਥੋੜੇ ਬੱਚੇ ਨੇ ਉਹਨਾਂ ਨੂੰ ਝੱਲਣਾ ਪੈ ਰਿਹਾ ਨਾ, ਉਹਨਾਂ ਤੇ ਤਸੱਦਦ ਹੁੰਦਾ। ਜਿਹੜੇ ਥੋੜੇ ਆਪਣੀ ਜ਼ਿੰਮੇਵਾਰੀ ਸਮਝਦੇ ਨੇ, ਨਿਭਾ ਰਹੇ ਨੇ, ਗਿਣਤੀ ਘਟ ਗਈ ਫਿਰ ਵੀ ਉਹ ਨਿਭਾ ਰਹੇ ਨੇ, ਉਹਨਾਂ ਦਾ ਤਾਂ ਵੈਲਕਮ ਕਰਨਾ ਚਾਹੀਦਾ। ਜਿਹੜੇ ਬੰਦੇ ਅਜੇ ਵੀ ਨਿਭਾ ਰਹੇ ਨੇ, ਉਹ ਤਾਂ ਹੋਰ ਮੁਸ਼ਕਲ ਹੋ ਜਾ, ਉਹਨਾਂ ਦਾ ਜੌਬ ਹੋਰ ਮੁਸ਼ਕਲ ਹੋ ਰਿਹਾ ਕਿਉਂਕਿ ਉਹ ਹੋਰ ਟਾਰਗੇਟ ਹੋ ਰਹੇ ਨੇ ਜੀ। ਪਰ ਇੱਕ ਜਨਰਲ ਟ੍ਰੈਂਡ ਮੈਨੂੰ ਲੱਗਦਾ ਇਹ ਹੈ ਕਿ ਜਿਹੜਾ ਸਾਡੇ ਦੇਸ਼ ਦਾ ਇੰਟੈਲੈਕਚੁਅਲ ਇੱਕ ਸੈਟਅਪ ਸੀਗਾ, ਉਹ ਵੀ ਗਰੋ ਨਹੀਂ ਕੀਤਾ। ਉਹ ਬਹੁਤ ਜ਼ਿਆਦਾ, ਇੱਕ ਤਾਂ ਉਹਦਾ ਵਿਸਤਾਰ ਨਹੀਂ ਹੋਇਆ ਉਸ ਪੱਧਰ ਦੇ ਉੱਤੇ ਜਿਸ ਪੱਧਰ ਤੇ ਹੋਣਾ ਚਾਹੀਦਾ। ਔਰ ਇੱਕ ਮੈਨੂੰ ਲੱਗਦਾ ਇਹਦੇ 'ਚ ਵੀ ਫਰਕ ਪੈਂਦਾ ਜ਼ਰੂਰ। ਸਾਡੇ ਬਹੁਤੇ ਇੰਟੈਲੈਕਚੁਅਲ ਜਿਹੜੇ ਬੱਚੇ ਨੇ, ਉਹ ਨਾਰਮਲੀ ਅਸੀਂ ਉਹ ਰੂਟ ਲਿਆ ਹੋਇਆ, ਅਸੀਂ ਕਿਤੇ ਨਾ ਕਿਤੇ ਫੋਰਨ ਸੈਟਲਡ ਦੇ ਰਾਹ ਤੇ ਤਰੱਕੀ ਕਰ ਗਏ ਨੇ, ਉਹ ਤਰੱਕੀ ਕਰ ਗਏ ਜਿਹੜੇ ਮਰਜ਼ੀ ਮਾਮਲੇ ਦੇ ਵਿੱਚ ਵੀ। ਕਿਉਂਕਿ ਤੁਸੀਂ ਜੁੜਦੇ ਉਦੋਂ ਬੰਦਾ ਜਿੰਨਾ ਮਰਜ਼ੀ ਕਹੇ ਮੈਂ ਬਹੁਤ ਓਨੈਸਟ ਆ, ਮੈਂ ਸਾਰਾ, ਫਿਰ ਵੀ ਇੱਥੇ ਆ ਕੇ ਉਹ ਕਰ ਰਿਹਾ, ਉਹ ਜੋ ਮਰਜ਼ੀ ਕਰੇ, ਜਦੋਂ ਉਹਦਾ ਆਪਦਾ ਸਟੇਕ ਤੇ ਨਹੀਂ ਲੱਗਦਾ ਸਾਰਾ ਕੁਝ। ਉਹ ਵੀ ਇੱਕ ਰੀਜਨ ਪੜਿਆ ਲਿਖਿਆ, ਚਾਹੇ ਬੁੱਧੀਜੀਵੀ ਦਾ ਬੱਚਾ ਹੋਵੇ ਜਾਂ ਕਿਸੇ ਦਾ ਬੱਚਾ ਹੋਵੇ, ਜਿਹੜਾ ਚੰਗੀ ਐਜੂਕੇਸ਼ਨ ਐਕਵਾਇਰ ਕਰ ਰਿਹਾ, ਜੇ ਉਹ ਇਹਨਾਂ ਰਸਤਿਆਂ ਉਹ ਕਿਤੇ ਵੀ ਜਾਵੇ, ਕਿਤੇ ਵੀ ਤਰੱਕੀ ਕਰੇ, ਚਾਹੇ ਕੈਨੇਡਾ ਬੈਠੇ, ਅਮਰੀਕਾ ਬੈਠੇ, ਚਾਹੇ ਹਿੰਦੁਸਤਾਨ ਦੇ ਵਿੱਚ ਬੈਠੇ, ਚਾਹੇ ਪੂਨੇ 'ਚ ਜਾ ਕੇ ਨੌਕਰੀ ਕਰੇ, ਬੈਂਗਲੌਰ ਨੌਕਰੀ ਕਰੇ, ਉਹ ਜਿਸ ਵੇਲੇ ਇਹਦੇ ਬਾਰੇ ਗੱਲਬਾਤ ਨਹੀਂ ਕਰਦਾ, ਜੇ ਉਹ ਗੱਲਬਾਤ ਨਾਲ ਨਹੀਂ ਜੁੜਦਾ, ਤਾਂ ਕਿਧਰੇ ਇਹਦਾ ਕਸੂਰ ਸੱਤਾ ਦਾ ਤੇ ਹੈ ਹੀ ਹੈ, ਇਹਦਾ ਕਸੂਰ ਸਾਡੇ ਮੀਡੀਆ ਦਾ ਵੀ ਹੈ ਨਾ। ਸਮਾਜ ਦੇ ਵਿੱਚ ਬੁੱਧੀਜੀਵਿਕਾ ਜਿਹੜਾ ਵਰਗਾ ਉਹ ਇਹ ਗੱਲ ਨਹੀਂ ਚਲਾ ਸਕਿਆ। ਪਰ ਸੈਕੰਡਰੀ ਜਿਹੜੀ ਖਾਲਿਦ ਸਾਹਿਬ ਨੇ ਗੱਲ ਕੀਤੀ ਸੀ, ਆਲਮੋਸਟ ਗੱਲ ਇਸ ਤਰ੍ਹਾਂ ਕਰ ਰਹੇ ਸੀ ਜਿੱਦਾਂ ਇਹ 1947 ਦੀ ਲਗਾਤਾਰਤਾ ਦੇ ਵਿੱਚ ਹੋ ਰਹੀ ਹੈ। ਤੁਸੀਂ ਹੁਣ 2 ਨੇਸ਼ਨ ਥਿਊਰੀ ਹੁਣ ਲਾ ਕੇ ਬਣਾ ਰਹੇ ਹੋ ਕਿ ਤੁਹਾਨੂੰ, ਕਿਉਂਕਿ ਤੁਸੀਂ ਮੀਡੀਆ ਨਾਲ ਜੁੜੇ, ਮੈਂ ਜਿਹੜਾ ਸਵਾਲ ਤੁਹਾਨੂੰ ਪੁੱਛਣਾ ਚਾਹ ਰਿਹਾ ਕਿ ਦਰਅਸਲ, ਔਰ ਇਹ ਸਵਾਲ ਕਿਉਂਕਿ ਘੱਟ ਪੁੱਛਿਆ ਜਾਂਦਾ ਇਸ ਲਈ ਅਜੀਬ ਵੀ ਲੱਗਦਾ ਕਿ ਅੱਜ ਕਿਉਂ ਇਹਦੀ ਗੱਲ ਹੋ ਗਈ, ਕਿਉਂਕਿ ਜ਼ਾਕੀਆ ਜਾਫਰੀ ਦੀ ਗੱਲ ਹੋ ਰਹੀ ਹੈ ਕਿ ਗੁਜਰਾਤ ਦੇ ਵਿੱਚ ਜੋ ਕੁਝ ਹੋਇਆ ਉਸ ਦੇ ਬਾਰੇ ਇੱਕ ਸੋਚੀ ਸਮਝੀ ਜ਼ਬਰਦਸਤ ਚੁੱਪ ਦਾ ਮੀਡੀਆ ਹਿੱਸਾ ਨਹੀਂ ਰਿਹਾ, ਤੇ ਕੀ ਇਸ ਚੁੱਪ ਨੂੰ ਲਗਾਤਾਰ ਤਾਮੀਰ ਕਰਨ ਦੇ ਵਿੱਚ ਮੀਡੀਆ ਦਾ ਹਿੱਸਾ ਕਿੰਨਾ ਕੁ ਰਿਹਾ? ਕਿਉਂਕਿ ਦਾ ਵਾਇਰ ਦੇ ਜਿਹੜੇ ਓਮਬਰਡਸ ਪਰਸਨ ਨੇ, ਪਾਮੇਲਾ ਫਿਲਿਪੋਸ, ਬਹੁਤ ਸੀਨੀਅਰ ਜਰਨਲਿਸਟ ਨੇ, ਉਹਨਾਂ ਨੇ ਲਿਖਿਆ ਕਿ ਇਹ ਫੋਰਗੈਟਿੰਗ ਦਾ ਇੱਕ ਪ੍ਰੋਜੈਕਟ ਸੀ, ਭੁਲਾ ਦਿੱਤੇ ਜਾਣ ਦਾ ਇੱਕ ਪ੍ਰੋਜੈਕਟ ਸੀ, ਜਿਹੜਾ ਆਲਮੋਸਟ ਸਕਸੀਡ ਕਰ ਗਿਆ। ਅੱਜ ਸਾਡੇ ਨੌਜਵਾਨ ਬੱਚਿਆਂ ਨੂੰ ਪੰਜਾਬ ਦੇ ਵਿੱਚ ਜੇ ਨਾ ਪਤਾ ਹੋਵੇ ਕਿ 84 ਵਿੱਚ ਕੀ ਹੋਇਆ ਤਾਂ ਸਾਨੂੰ ਕਿਹੋ ਜਿਹਾ ਲੱਗੇਗਾ। ਪਰ ਦੇਸ਼ ਦੇ ਵਿੱਚ ਬੇਹੱਦ ਇਹੋ ਜਿਹੇ ਨੌਜਵਾਨ ਬੱਚੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਕਿ 2002 ਦੇ ਵਿੱਚ ਗੁਜਰਾਤ ਵਿੱਚ ਕੀ ਹੋਇਆ। ਨਹੀਂ, ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਦੀ, ਮੈਨੂੰ ਨਹੀਂ ਲੱਗਦਾ ਕਿ ਗਲਤ ਇਹ ਕੋਈ ਭੁਲਾ ਦਿੱਤਾ ਗਿਆ ਜਾਂ ਸਕਸੀਡ ਹੋ ਗਿਆ, ਇਹ ਦਬਾ ਦਿੱਤਾ ਗਿਆ। ਦਬਣਾ ਤੇ ਸਹਿਮਤ ਹੋ ਜਾਣਾ ਕਿ ਇਹ ਗੱਲ ਠੀਕ ਹੈ, ਦਬਾ ਦਿੱਤਾ ਗਿਆ ਇੱਕੋ ਅਲੱਗ ਗੱਲ ਹੈ। ਹੁਣ ਪੰਜਾਬ ਦੇ ਵਿੱਚ ਵੀ ਹੈ, ਉਹ ਅਸੀਂ ਉਹਦਾ ਕਲੋਜ਼ਰ ਕੀਤਾ ਹੀ ਨਹੀਂ। ਮੰਨ ਲਓ ਜੋ ਵੀ ਚੱਲਿਆ ਸਾਡੇ ਸਾਹਮਣੇ, ਉਹ ਬਾਰ-ਬਾਰ ਕਦੇ ਇੱਕ ਗਾਣਾ ਉਹ ਭਾਵਨਾਵਾਂ ਵਾਰ ਦਿੰਦਾ, ਫਿਰ ਉਹੀ ਗੱਲਾਂ ਆ ਜਾਂਦੀਆਂ ਨੇ। ਕਦੇ ਇੱਕ ਬੰਦੇ ਨੂੰ ਜਿਹੜਾ ਫਾਂਸੀ ਦੀ ਸਜ਼ਾ ਜਾਪਤਾ, ਜੇ ਉਹਦਾ ਦਿਨ ਆ ਜਾਂਦਾ, ਜਿੱਦਣ ਉਸ ਦਿਨ ਗਲੀਆਂ ਭਰ ਜਾਂਦੀਆਂ ਨੇ, ਸਾਰਾ ਪੰਜਾਬ ਉਸ ਲੈਵਲ ਦੇ ਉੱਤੇ ਆ ਜਾਂਦਾ। ਇਹਦਾ ਮਤਲਬ ਇਹ ਇਕੱਲਾ, ਹਾਂ ਉਹ ਸਮਾਂ ਲੰਘ ਜਾਂਦਾ ਹੈ, ਬਾਕੀ ਚੀਜ਼ਾਂ ਨੇ ਫਿਰ ਨਵੀਂ ਤੋਂ ਨਵੀਂ ਜਨਰੇਸ਼ਨਾਂ, ਨਵੇਂ ਬੰਦਿਆਂ ਨੂੰ ਕਿਹਨੇ ਦੱਸਿਆ ਸੀ
ਜਿਹੜੇ ਵੀ ਨਹੀਂ, ਮਾਨ ਬੜੇ ਦੇ ਮੁੱਦੇ ਨਾਲ ਲੱਗਦਾ ਸੀ ਅਕਾਲੀ ਦਲ ਛੱਡੀ ਬੈਠਾ, ਉਹ ਮੁੱਦੇ ਚੁੱਕਣੇ ਪੈ ਜਾਂਦੇ ਨੇ ਚੁੱਕਣੇ ਪੈ ਜਾਂਦੇ ਨੇ ਇਮੀਡੀਏਟਲੀ, ਜਿਸ ਵੇਲੇ ਮੁੱਦਾ ਸਾਹਮਣੇ ਆ ਜਾਂਦਾ ਚੁੱਕਣੇ ਉਹਨਾਂ ਨੂੰ ਵੀ ਪੈ ਰਹੇ ਲੋਕ ਤੁਹਾਨੂੰ ਪੁਸ਼ ਕਰ ਦਿੰਦੇ ਨੇ। ਪਰ ਸਿਮਰਜੀਤ ਮਾਨ ਸਿੰਬਲ ਬਣ ਜਾਂਦਾ ਉਹਨਾਂ ਮੁੱਦਿਆਂ ਦਾ ਤੇ ਲੋਕ ਉਹਨੂੰ ਵੋਟਾਂ ਵੀ ਪਾਉਂਦੇ ਨੇ, ਨਾ ਕੁਝ ਹੋਰ ਹੁੰਦਾ। ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਵੀ ਅਜੇ ਜਕੜ ਬਹੁਤ ਮਜ਼ਬੂਤ ਹੈ। ਤੁਸੀਂ ਨਾਨ ਪੋਲੀਟੀਕਲ ਹੋ ਕੇ ਪੋਲਿਟਿਕਸ ਤੋਂ ਨਿਜਾਤ ਨਹੀਂ ਪਾ ਸਕਦੇ, ਪੋਲਿਟਿਕਸ ਤਾਂ ਦੁਬਾਰਾ ਆ ਜਾਂਦੀ ਹੈ। ਮੈਨੂੰ ਸਾਡੇ ਇੱਕ ਗੱਲ ਹੋਰ ਵੀ ਲੱਗਦੀ ਹੈ ਗੁਜਰਾਤ ਦੀ ਤੇ ਬਾਕੀ ਦੇ ਮਾਮਲਿਆਂ ਦੀ ਜੀ, ਉਹਦੇ 'ਚ ਇਹ ਲੱਗਦੀ ਹੈ ਕਿ ਜਿਹੜੀ ਮੁਸਲਿਮ ਕਮਿਊਨਿਟੀ ਆ ਉਹਨਾਂ ਕੋਲ ਕੋਈ ਦੇਸ਼ ਦੇ ਵਿੱਚ ਇੱਕ ਵੀ ਸਟੇਟ ਨਹੀਂ ਜਿੱਥੇ ਉਹ ਮੈਜੋਰਿਟੀ 'ਚ ਹੋਵੇ। ਜੰਮੂ ਕਸ਼ਮੀਰ ਨੂੰ ਛੱਡ ਦਿਓ, ਇੱਕ ਅਲੱਗ ਲੈਵਲ ਦਾ ਉਹ ਸੀ, ਉਹਨੂੰ ਉਹ ਕਰਤਾ। ਬਿਲਕੁਲ ਜਦੋਂ ਤੁਹਾਡੇ ਕੋਲ ਇੱਕ ਸਟੇਟ ਵੀ ਹੁੰਦੀ ਹੈ, ਇੱਕ 'ਚ ਵੀ ਤੁਸੀਂ ਗਵਰਨਮੈਂਟ ਬਣਾਉਂਦੇ ਹੋ ਤਾਂ ਬਾਕੀ ਚੀਜ਼ਾਂ ਕਰਦੇ ਹੋ ਤਾਂ ਤੁਹਾਡੀ ਆਵਾਜ਼ ਥੋੜੀ ਜਿਹੀ ਕੰਪੈਰੀਟਿਵਲੀ ਜ਼ਿਆਦਾ ਉੱਠਦੀ ਹੈ ਕਿਸੇ ਵੀ ਮਾਮਲੇ ਦੇ ਵਿੱਚ, ਔਰ ਨਹੀਂ ਉਹ ਸਪਰੈਸ ਹੋ ਜਾਂਦੀ ਹੈ। ਤੇ ਇੱਕ ਉਸ ਲੈਵਲ ਦੀ ਲੀਡਰਸ਼ਿਪ ਨਹੀਂ, ਜਿਹੜੀ ਇੱਕ ਪੋਲੀਟੀਕਲ ਲੀਡਰਸ਼ਿਪ, ਮੈਨੂੰ ਮੇਰਾ ਆਪਣੀ ਇੱਕ ਅੰਡਰਸਟੈਂਡਿੰਗ ਹੈ ਕਿ ਉਹਦੇ ਵਿੱਚ ਵੀ ਇਹ ਚੀਜ਼ਾਂ ਨੇ। ਪਰ ਜਿਹੜਾ ਮਾਮਲਾ ਇਹ ਸੀ ਕਿ ਰਲ ਕੇ ਮੀਡੀਆ ਦਾ ਰੋਲ, ਮੈਨੂੰ ਇਹ ਲੱਗਦਾ ਕਿ ਮੀਡੀਆ ਵੀ ਚੇਂਜ ਲਗਾਤਾਰ ਹੋ ਰਿਹਾ ਤੇ ਮੀਡੀਆ ਦੀ ਓਨਰਸ਼ਿਪ ਵੀ ਲਗਾਤਾਰ ਚੇਂਜ ਹੋ ਰਹੀ ਹੈ। ਜਦੋਂ ਹੁਣ ਇੱਕ ਉਹਦੀ ਬਹੁਤਾਤ ਅੰਦਰ ਹੀ ਅੰਦਰ ਬਹੁਤ ਉਥਲ-ਪੁਥਲ ਵੀ ਹੋ ਰਹੀ ਹੈ, ਉਥਲ-ਪੁਥਲ ਵੀ ਬਹੁਤ ਜ਼ਿਆਦਾ ਹੋ ਰਹੀ ਹੈ। ਕਿੰਨੇ ਹੀ ਪੱਤਰਕਾਰ ਲੜੇ ਵੀ ਇੰਡੀਵਿਜੂਅਲੀ, ਕਿੰਨੇ ਮੀਡੀਆ ਕੁਐਸਚਨ ਹੋ ਰਿਹਾ, ਹਾਂ ਕਿੰਨੇ ਹੀ ਕੱਢੇ ਵੀ ਗਏ, ਉਹਦੀ ਭਰੋਸੇਯੋਗਤਾ ਦੇ ਵੀ ਸਵਾਲ ਲਗਾਤਾਰ ਹੋ ਰਹੇ ਨੇ ਸਾਰੇ ਦੇ ਸਾਰੇ। ਔਰ ਲੋਕ ਹੁਣ ਸ਼ੱਕ ਦੀ ਨਜ਼ਰ ਨਾਲ ਦੇਖਦੇ ਨੇ ਮੀਡੀਆ ਨੂੰ, ਅਖਬਾਰ ਨੂੰ, ਐਂਕਰ ਨੂੰ, ਟੀਵੀ ਦੇ ਉੱਤੇ ਹੁੰਦੀ ਬਹਿਸ ਨੂੰ। ਲੋਕਾਂ ਨੂੰ ਇਹ ਪਤਾ ਲੱਗ ਗਿਆ ਹੈ ਇਹ ਸਭ ਦੇ ਉੱਤੇ ਬਾਜ਼ ਅੱਖ ਰੱਖਣੀ ਪਏਗੀ। ਇਹ ਸਭ ਸ਼ੱਕੀ ਕਿਰਦਾਰ ਨੇ, ਕੌਣ ਕਿੱਥੇ ਖੜਾ ਹੈ ਇਸ ਨੂੰ ਜਾਣਨਾ ਪਏਗਾ। ਇਸੇ ਕਰਕੇ ਲੋਕਾਂ ਨੂੰ ਇੱਕ ਵਾਰ ਲੱਗਿਆ ਸੀ ਵੀ ਹੁਣ ਸੋਸ਼ਲ ਮੀਡੀਆ ਆ ਗਿਆ, ਹੁਣ ਹਰ ਇੱਕ ਆਪਣਾ ਬੰਦਾ ਕਹਿੰਦਾ, ਪਰ ਲੋਕਾਂ ਨੂੰ ਹੁਣ ਇਹ ਵੀ ਲੱਗਣ ਲੱਗ ਗਿਆ ਕਿ ਉਹ ਵੀ ਕਿਵੇਂ ਉਹਦੇ 'ਚ ਵੀ ਬੇਈਮਾਨ ਆ ਗਏ ਨੇ। ਕੱਲ ਸਭ ਕੁਝ ਕਹਿਣਾ ਚਾਹੀਦਾ ਸੀ। ਲਾਸਟ ਮਾਈਨਿੰਗ ਆਫ ਵਰਡਸ, ਦੋ ਚੀਜ਼ਾਂ ਜਿਹੜੀਆਂ ਹੈਗੀਆਂ ਜੀ, ਜਿਵੇਂ ਤੁਸੀਂ ਕਹਿੰਦੇ 2002 ਜਿਹੜੇ ਜਿਹਦੇ ਵਿੱਚ ਮੁਸਲਮਾਨਾਂ ਦਾ ਨਨਸਰਹਾਰ ਹੋਇਆ ਆਪਣੇ ਰਾਜ ਗੁਜਰਾਤ ਦੇ ਵਿੱਚ, ਜਾਂ 1984, ਇਹ ਦੋਨੋਂ ਕਮਿਊਨਿਟੀਜ਼ ਕਦੇ ਵੀ ਨਹੀਂ ਭੁੱਲ ਸਕਦੀਆਂ। ਚਾਹੇ ਤੁਸੀਂ ਕਿੰਨਾ ਮਰਜ਼ੀ ਉਹਦੇ ਉੱਪਰ ਚਾਹੇ ਦਬਾ ਲਓ, ਚਾਹੇ ਉਹਨੂੰ ਤੁਸੀਂ ਭੁਲਾ ਲਓ, ਭੁਲਾਉਣ ਦਾ ਮਤਲਬ ਹੀ ਕੋਈ ਨਹੀਂ ਹੈ। ਇਸ ਕਰਕੇ ਜੇ ਆਪਾਂ ਇਹਨਾਂ ਚੀਜ਼ਾਂ ਬਸ ਇੰਨਾ ਯਾਦ ਰੱਖੀਏ ਕਿ ਅਸੀਂ ਸਾਰੇ ਅਮਰੀਕਾ ਨੂੰ ਇੱਕ ਪੂਰੀ ਵੱਡੀ ਜੰਗ ਭੁੱਲਦਿਆਂ ਦੇਖਿਆ, ਇੰਨਾ ਭੁੱਲਦਿਆਂ ਦੇਖਿਆ ਕਿ ਉਹਦਾ ਨਾਂ ਹੀ ਦਾ ਫੋਰਗੋਟਨ ਵਾਰ ਹੈ। ਨਹੀਂ, ਉਹ ਅਮਰੀਕਾ 'ਚ ਹੋ ਸਕਦਾ ਹੈ, ਲੇਕਿਨ ਇੱਥੇ ਵੀ ਜਿਵੇਂ ਤੁਸੀਂ ਦੇਖੋ ਨਾ, ਕਈ ਚੀਜ਼ਾਂ ਇਸ ਤਰ੍ਹਾਂ ਹੁੰਦੀਆਂ ਜਿਹੜੀਆਂ ਕਿ ਇਨਡੈਬਿਲਿਬਲ ਲਿੰਕ ਜਿਹੜੇ ਹੈਗੇ ਉਹਨਾਂ ਦਾ ਇੰਪੈਕਟ ਹੁੰਦਾ ਪੂਰੇ ਸਮਾਜ ਦੇ ਉੱਪਰ, ਸੋਸਾਇਟੀ ਦੇ ਉੱਪਰ ਤੇ ਪੋਲਿਟਿਕਸ ਦੇ ਉੱਪਰ। ਬਾਬਰੀ ਮਸਜਿਦ ਦਾ ਇਨਸੀਡੈਂਟ ਹੈਗਾ ਜਾਂ ਹਰਮੰਦਰ ਸਾਹਿਬ ਦਾ ਹੈਗਾ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਭੁਲਾਈਆਂ ਨਹੀਂ ਜਾ ਸਕਦੀਆਂ, ਲੇਕਿਨ ਤੁਸੀਂ ਉਹਨਾਂ ਤੋਂ ਕੁਝ ਪੋਜ਼ਿਟਿਵ ਵੀ ਕਰ ਸਕਦੇ ਹੋ ਜੀ, ਪੋਜ਼ਿਟਿਵ ਵੀ ਸਿੱਖ ਸਕਦੇ ਹੋ ਵੀ ਸਾਡਾ ਪਿਛੋਕੜ ਇਸ ਤਰ੍ਹਾਂ ਦਾ ਰਿਹਾ, ਲੈਟ ਅਸ ਗੋ ਫਾਰਵਰਡ, ਲੇਕਿਨ ਆਪਾਂ ਜਿਹੜਾ ਹੈਗਾ ਇੱਕ ਪੋਜ਼ਿਟਿਵ ਉਹਦੇ ਨਾਲ ਚੱਲੀਏ, ਕਿਉਂਕਿ ਵੀ ਕੈਨ ਨਾਟ ਵਿਸ਼ ਐਨੀਬਡੀ ਅਵੇ। ਇਹ ਨਾ ਸੋਚੇ ਕਿ ਕੋਈ ਵੀ ਬੰਦਾ ਦੂਸਰਾ ਛੱਡ ਕੇ ਭੱਜ ਜਾਊਗਾ, ਰਹਿਣਾ ਅਸੀਂ ਇੱਥੇ ਹੀ ਹੈ। ਇਸ ਕਰਕੇ ਇਸ ਸਿਚੁਏਸ਼ਨ ਦੇ ਵਿੱਚ ਅਗਰ ਆਪਾਂ ਬੈਸਟ ਯਾਰ ਬਰਾਬਰੀ ਦਾ ਅਧਿਕਾਰ ਲੈ ਕੇ ਡਿਗਨਿਟੀ ਦੇ ਨਾਲ ਇਸ ਸੰਵਿਧਾਨ ਦੇ ਥੱਲੇ ਰਹਿਣਾ, ਇੱਕ ਦੂਸਰੇ ਨੂੰ ਆਪਾਂ ਰਿਸਪੈਕਟ ਕਰੀਏ ਤਾਂ ਹੀ ਕੁਝ ਹੋ ਸਕਦਾ। ਅਦਰਵਾਈਜ਼ ਉਹ ਜਿਹੜਾ ਏਜੰਡਾ ਹੈ ਉਹ ਕੰਟੀਨਿਊ ਰਹੇਗਾ। ਅਦਰਵਾਈਜ਼ ਤਾਂ ਮੈਨੂੰ ਇਹ ਲੱਗਦਾ ਜਿੰਨੇ ਅਸੀਂ ਸੈਂਸਿਟਿਵ ਹੋਈ ਜਾ ਰਹੇ ਹਾਂ ਤੇ ਜਿਸ ਤਰੀਕੇ ਨਾਲ ਸੰਕੀਰਨ ਜੀ ਸੋਚ ਬਣਾਉਂਦੇ ਜਾ ਰਹੇ, ਕੱਲ ਨੂੰ ਉਹ ਮੈਨੂੰ ਡਾਇਲੌਗ ਯਾਦ ਆਉਂਦਾ, ਕਿਹੜੀ ਫਿਲਮ ਸੀ ਇਹ, ਦੀਵਾਰ ਕਦੋਂ ਦੀ ਹੈ, ਮਿਡ 70s ਦੀ ਫਿਲਮ ਹੈ। ਤੇ ਉਹ ਕਹਿੰਦਾ ਨਾ, ਕਹਿੰਦਾ ਅੱਜ ਖੁਸ਼ ਤਾਂ ਬਹੁਤ ਹੋ ਗਏ ਤੁਮ, ਤੇ ਉਹ ਰੱਬ ਨਾਲ ਸਿੱਧਾ ਵਾਰਤਾਲਾਪ ਕਰ ਰਿਹਾ ਤੇ ਥੋੜਾ ਖਿਜਿਆ ਵੀ ਹੋਇਆ ਵੀ ਮੈਨੂੰ ਤੂੰ ਜਿਹੜਾ ਮਜਬੂਰ ਜਿਹਾ ਕਰ ਲਿਆ, ਵਰਨਾ ਮੈਂ ਕਿਤੇ ਆਉਂਦਾ ਸੀ ਤੇਰੇ ਦੁਆਰ 'ਚ। ਅੱਜ ਦੀ ਡੇਟ ਦੇ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਇਹੋ ਜਿਹਾ ਕੋਈ ਡਾਇਲੌਗ ਕਿਸੇ ਫਿਲਮ ਵਿੱਚ ਲਿਖ ਪਏਗਾ। ਪਤਾ ਨਹੀਂ ਕਿਹੜੀ ਭੀੜ ਆ ਕੇ ਪੱਥਰ ਮਾਰਨ ਆ ਜਾਏ ਕਿ ਤੁਸੀਂ ਇਹ ਕਿਹੜੇ ਭਗਵਾਨ ਸ਼ੰਕਰ ਬਾਰੇ, ਸ਼ਿਵ ਭਗਵਾਨ ਨਾਲ ਉਹ ਡਾਇਲੌਗ ਕਰ ਰਹੇ ਸੀ, ਜਾਂ ਸ਼ੋਲੇ ਦੇ ਵਿੱਚ ਕੋਈ ਮਜ਼ਾਕ ਕਰ ਲੈਂਦਾ ਭਗਵਾਨ ਦੇ ਨਾਲ, ਜਾਂ ਬਸੰਤੀ ਨੂੰ ਉੱਥੇ ਲੈ ਜਾਂਦਾ। ਬਿਲਕੁਲ ਇਦਾਂ ਹੀ ਹੈ, ਜਿਵੇਂ ਅੱਜ ਦੀ ਡੇਟ ਦੇ ਵਿੱਚ ਆਪਾਂ ਇਹ ਸਾਰਾ ਕੁਝ ਡਿਸਕਸ਼ਨ ਕਰ ਰਹੇ ਹਾਂ, ਬਜਾਏ ਇਸ ਦੇ ਕਿ ਆਪਾਂ ਇੱਕ ਸ਼ਾਊਟਿੰਗ ਕੰਪੀਟੀਸ਼ਨ ਕਰੀਏ ਜਿਹੜਾ ਕਿ ਸ਼ਾਮ ਨੂੰ ਹਰ ਟੀਵੀ ਚੈਨਲ ਦੇ ਉੱਪਰ ਹੁੰਦਾ। ਉਹਦਾ ਸਵਾਦ ਤੇ ਵੈਸੇ ਬੜਾ ਆਣਾ ਸੀਗਾ, ਪਰ ਬਾਅਦ ਵਿੱਚ ਆਪਣੇ ਆਪ ਵੱਲ ਦੇਖ ਕੇ ਸ਼ਰਮ ਬਹੁਤ ਆਣੀ ਸੀ। ਇਸ ਕਰਕੇ ਇਸ ਕਿਸਮ ਦੇ ਸੰਵਾਦ ਦੇ ਨਾਲ ਜੁੜੀਦਾ, ਦੇਸ਼ ਭਰ ਦੇ ਵਿੱਚ ਜੋ ਹੋ ਰਿਹਾ ਇਹਨੂੰ ਉਸ ਬਾਜ਼ ਅੱਖ ਨਾਲ ਹੀ ਦੇਖਣਾ, ਜਿਸ ਬਾਜ਼ ਅੱਖ ਦੇ ਨਾਲ ਤੁਸੀਂ ਟੀਵੀ ਦੇ ਉੱਤੇ ਹੁੰਦੀਆਂ ਬਹਿਸਾਂ ਨੂੰ, ਅਖਬਾਰਾਂ ਦੀਆਂ ਖਬਰਾਂ ਨੂੰ ਦੇਖਣਾ। ਜੋ ਕੁਝ ਵੀ ਹੋ ਰਿਹਾ ਇਹਦੇ ਵਿੱਚੋਂ ਕੁਝ ਵੀ ਅਜਿਹਾ ਨਹੀਂ ਹੈ ਜਿਹੜਾ ਕਿਸੇ ਦੂਰ ਦੀ ਗੱਲ ਹੈ ਤੇ ਜਿਸ ਦਾ ਤੁਹਾਡੇ ਇੱਥੋਂ ਦੀ ਸਿਆਸਤ ਨਾਲ ਸੰਬੰਧ ਨਹੀਂ ਹੈ। ਸਾਡਾ ਜੀਵਨ, ਸਾਡੀ ਜ਼ਿੰਦਗੀ, ਸਾਡੇ ਬੱਚੇ, ਉਹਨਾਂ ਦਾ ਭਵਿੱਖ ਉਸ ਹਰ ਵਰਤਾਰੇ ਨਾਲ ਜੁੜਿਆ ਹੋਇਆ ਜਿੱਥੇ ਕਿਤੇ ਹੱਕ ਤੇ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ। ਅੱਜ ਲਈ ਇੰਨਾ ਹੀ, ਧੰਨਵਾਦ ਤੇ ਰੱਬ ਰਾਖਾ।